ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਗੁਰ ਆਦ ਮਨਾਏ ਅਰੂੜੇ ਪਾਲਕੇ। ਜਿਨ ਕੀ ਕਿਰਪਾ ਸੁਦ੍ਰਿਸ਼ਟ ਪੀਰ ਨਹਿ ਕਾਲ ਕੇ। ਸਿੱਖ ਸੰਗ ਸਮੁਦਾਇ ਦਾਸ ਸੋਬਤ ਚੱਲੇ। ਹੋ ਮਨੋਂ ਚੰਦਰਮਾ ਸਾਥ ਤਾਰਕਾ ਗਨ ਭਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਐਸੇ ਦੀਨ ਦਇਆਲ ਪਾਤਸ਼ਾਹ ਧਰਮ ਰੱਖਿਅਕ ਪਰਉਪਕਾਰ ਦੀ ਮੂਰਤ ਤੇਗ ਦੇ ਧਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀਏ ਮੁਕੱਦਸ ਆਵਾਜ਼ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਤੰਤਾ ਦੇ ਯੋਗ ਹੋ ਉੱਤਮ ਭਾਗ ਹਨ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਬੜੇ ਪ੍ਰੇਮ ਵਿੱਚ ਭਿੱਜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਜਦੋਂ ਭਾਈ ਗੁਰਦਾਸ ਜੀ ਖਾਲੀ ਹੱਥ ਵਾਪਸ ਆ ਗਏ, ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਪਾਸੋਂ ਪ੍ਰਾਪਤ ਨਹੀਂ ਹੋਈਆਂ,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆ ਕਰਕੇ ਦੱਸਣਾ ਕੀਤਾ। ਪਰ ਬਾਬਾ ਬੁੱਢਾ ਜੀ ਆਗਿਆ ਲੈ ਕੇ ਗਏ। ਉਹਨਾਂ ਨੇ ਵੀ ਬਹੁਤ ਯਤਨ ਕੀਤਾ, ਬੜੀਆਂ ਬੇਨਤੀਆਂ ਕੀਤੀਆਂ, ਬੜੀ ਵਾਰੀ ਪੁਕਾਰ ਕੀਤੀ, ਦਰਵਾਜ਼ੇ ਨੂੰ ਖੜਖੜਾਇਆ। ਜਦੋਂ ਨਹੀਂ ਦਰਵਾਜ਼ਾ ਖੁੱਲਿਆ ਤਾਂ ਫਿਰ ਚੁਗਾਠ ਪੱਟ ਕੇ ਦਰਵਾਜ਼ੇ ਨੂੰ ਖੋਲ੍ਹਣਾ ਕੀਤਾ। ਚੁਬਾਰੇ ਦੇ ਅੰਦਰ ਪ੍ਰਵੇਸ਼ ਕਰ ਗਏ ਤੇ ਉਧਰ ਬਾਬਾ ਮੋਹਨ ਜੀ ਦੀ ਸਮਾਧੀ ਦਸਮ ਦੁਆਰ ਦੇ ਵਿੱਚ ਜੁੜੀ ਹੋਈ ਸੀ। ਬੜਾ ਹਿਲਾਇਆ ਸਰੀਰ ਦੇ ਅੰਗਾਂ ਨੂੰ ਫੜ ਕੇ, ਪਰ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ। ਬਾਬਾ ਮੋਹਰੀ ਜੀ ਨੂੰ ਪਤਾ ਲੱਗਿਆ, ਉਹ ਦੌੜ ਕੇ ਆਏ, ਆ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਇਹਨਾਂ ਨੂੰ ਨਾ ਹਿਲਾਓ, ਇਹਨਾਂ ਦੀ ਸਮਾਧੀ ਖੋਲਣ ਦਾ ਯਤਨ ਨਾ ਕਰੋ। ਮਸਤ ਸੁਭਾਅ ਦੇ ਮਾਲਕ ਨੇ, ਇਸੇ ਤਰ੍ਹਾਂ ਸੁਰਤ ਇਹਨਾਂ ਦੀ ਜੁੜੀ ਰਹਿੰਦੀ ਹੈ ਤੇ ਕੋਈ ਪਤਾ ਨਹੀਂ ਜੇ ਕਿਤੇ ਸਮਾਧੀ ਖੁੱਲ ਗਈ, ਗੁੱਸੇ ਵਿੱਚ ਆ ਕੇ ਕੋਈ ਐਸਾ ਬਚਨ ਬੋਲ ਦੇਣ ਤੇ ਨਾ ਤਾਂ ਇਹਨਾਂ ਦਾ ਬੋਲਿਆ ਹੋਇਆ ਬਚਨ ਕੋਈ ਬਿਰਥਾ ਜਾਣਾ ਹੈ, ਤੇ ਜੇ ਤੁਹਾਡੇ ਮੁਖ ਵਿੱਚੋਂ ਕੋਈ ਬਚਨ ਨਿਕਲ ਗਿਆ ਤੇ ਉਹ ਵੀ ਬਿਰਥਾ ਨਹੀਂ ਜਾਣਾ। ਗੁਰੂ ਘਰ ਵਿੱਚ ਕੋਈ ਐਸੀ ਅਣਹੋਣੀ ਨਾ ਵਾਪਰ ਜਾਵੇ। ਇਸ ਕਰਕੇ ਆਪ ਜੀ ਇਹਨਾਂ ਦੀ ਸਮਾਧੀ ਖੋਲਣ ਦਾ ਯਤਨ ਨਾ ਕਰੋ। ਇਸ ਪ੍ਰਕਾਰ ਦੇ ਨਾਲ ਕਹਿ ਕਰਕੇ ਬਾਬਾ ਜੀ ਨੂੰ ਰੋਕਿਆ। ਬਾਬਾ ਬੁੱਢਾ ਜੀ ਫਿਰ ਵਾਪਸ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਆ ਕੇ ਗੁਰੂ ਪਾਤਸ਼ਾਹ ਜੀ ਨੂੰ ਦੱਸਿਆ। ਸਤਿਗੁਰੂ ਜੀ ਨੇ ਹਿਰਦੇ ਅੰਦਰ ਵਿਚਾਰ ਕੀਤੀ ਕਿ ਹੁਣ ਸਾਡੇ ਜਾਣ ਤੋਂ ਬਿਨਾ ਉਹ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਨਹੀਂ ਹੋਣੀਆਂ। ਜਿਹੜਾ ਕਾਰਜ ਅਸੀਂ ਕਰਨਾ ਚਾਹੁੰਦੇ ਹਾਂ, ਆਦ ਗ੍ਰੰਥ ਜਿਹਦੀ ਪਾਵਨ ਬੀੜ ਤਿਆਰ ਕਰਨੀ ਚਾਹੁੰਦੇ ਹਾਂ, ਇਹ ਕਾਰਜ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਸਮੁੱਚੇ ਜਗਤ ਤੇ ਇੱਕ ਵੱਡਾ ਪਰਉਪਕਾਰ ਵਾਲਾ ਕਾਰਜ ਹੋਵੇਗਾ। ਸਾਰੇ ਸੰਸਾਰ ਦੇ ਲੋਕ ਇਸ ਬਾਣੀ ਨੂੰ ਪੜ੍ਹ ਸਕਣਗੇ, ਜੀਵਨ ਦਾ ਲਾਹਾ ਪ੍ਰਾਪਤ ਕਰ ਸਕਣਗੇ। ਲੱਖਾਂ ਜੀਵਾਂ ਦਾ ਰੁਜ਼ਗਾਰ ਵੀ ਚੱਲੇਗਾ ਗੁਰਬਾਣੀ ਦੇ ਦੁਆਰਾ। ਉਹਨਾਂ ਦੀ ਕਿਰਤ ਵਿਰਤ ਵੀ ਇੱਥੋਂ ਚੱਲੇਗੀ ਤੇ ਜਿਹੜੇ ਗੁਰਬਾਣੀ ਨੂੰ ਪੜ੍ਹਨਗੇ, ਸੁਣਨਗੇ, ਪੜ੍ਹ ਸੁਣ ਕੇ ਫਿਰ ਗੁਰਬਾਣੀ ਦੀ ਕਮਾਈ ਕਰਨਗੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋ ਜਾਣਗੇ। ਸੋ ਇਉਂ ਵਿਚਾਰਾਂ ਕੀਤੀਆਂ। ਹੁਣ ਗੁਰਸਿੱਖਾਂ ਨੂੰ ਕਹਿਣਾ ਕੀਤਾ ਕਿ ਸਾਡੇ ਚੱਲਣ ਦੀ ਤਿਆਰੀ ਕੀਤੀ ਜਾਵੇ। ਸਵੇਰ ਹੋਣ ਤੇ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਵਾਂਗੇ। ਇਹ ਬਚਨ ਸੁਣ ਕੇ ਸਾਰਿਆਂ ਨੇ ਸੁਖ ਦੇ ਸਹਿਤ ਜਿਹੜੀ ਹੈ ਉਹ ਰਾਤ ਬਤੀਤ ਕੀਤੀ ਹੈ। ਸਵੇਰ ਦਾ ਸਮਾਂ ਹੋਇਆ ਹੈ, ਅੰਮ੍ਰਿਤ ਵੇਲਾ ਜਾਣ ਕੇ ਸਾਰਿਆਂ ਨੇ ਉੱਠ ਕੇ ਇਸ਼ਨਾਨ ਕੀਤਾ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਨੇ। ਜਦੋਂ ਕੁਛ ਦਿਨ ਦਾ ਚੜ੍ਹਾਅ ਹੋਇਆ ਤਾਂ ਹੁਣ ਸਾਰੀਆਂ ਤਿਆਰੀਆਂ ਹੋਣ ਲੱਗੀਆਂ ਨੇ ਚੱਲਣ ਦੀਆਂ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੜਿਲ ਸਭ ਗੁਰ ਆਦਮ ਨਾਏ, ਅਰੂੜੇ ਪਾਲਕੇ। ਹੁਣ ਅੰਮ੍ਰਿਤ ਵੇਲਾ ਜਾਣ ਕੇ ਸਾਰਿਆਂ ਨੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ।
ਦਿਨ ਦਾ ਚੜ੍ਹਾ ਹੋਇਆ, ਸਵੇਰ ਦਾ ਸਮਾਂ ਜਾਣ ਕੇ ਚੱਲਣ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਵੱਡੇ ਗੁਰੂ ਸਾਹਿਬਾਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਸਾਹਿਬਾਨ ਨੂੰ ਸਿਮਰਿਆ, ਯਾਦ ਕੀਤਾ, ਅਰਦਾਸ ਬੇਨਤੀ ਕੀਤੀ ਹੈ। ਗੁਰੂ ਸਾਹਿਬਾਨ ਨੂੰ ਸਿਮਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਚੱਲਣ ਵਾਸਤੇ ਪਾਲਕੀ ਵਿੱਚ ਸਵਾਰ ਹੋਏ ਹਨ। ਜਿਨ ਕੀ ਕਿਰਪਾ ਸੋ ਦ੍ਰਿਸ਼ਟ ਪੀਰ ਨਹਿ ਕਾਲ ਕੇ। ਜਿਹੜੇ ਵੱਡੇ ਗੁਰੂ ਸਾਹਿਬਾਨ ਜਿਹੜਾ ਉਹਨਾਂ ਨੂੰ ਸਿਮਰਦਾ ਹੈ, ਯਾਦ ਕਰਦਾ ਹੈ, ਜਿਹਦੇ ਉੱਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ, ਉਹਨਾਂ ਨੂੰ ਫਿਰ ਕਿਸੇ ਵੀ ਪ੍ਰਕਾਰ ਦੇ ਨਾਲ ਮੌਤ ਦੀ ਪੀੜ ਨਹੀਂ ਰਹਿੰਦੀ, ਮੌਤ ਦਾ ਦੁੱਖ ਨਹੀਂ ਵਿਆਪਦਾ। ਕਿਉਂਕਿ ਸੰਸਾਰ ਦੇ ਅੰਦਰ ਮੌਤ ਦਾ ਬੜਾ ਵੱਡਾ ਡਾਢਾ ਦੁੱਖ ਹੈ। ਜਿੰਨੇ ਵੱਡੇ ਜੀਵ ਜਿਉਣਾ ਚਾਹੁੰਦਾ ਹੈ, ਜਿੰਨੇ ਪ੍ਰਬਲ ਇੱਛਾ ਜਿਉਣ ਦੀ ਹੈ, ਜੀਵਤ ਰਹਿਣ ਦੀ ਹੈ, ਕਿਉਂਕਿ ਜਿੰਨੀ ਵੱਡੀ ਕਿਸੇ ਸੁੱਖ ਦੀ ਇੱਛਾ ਰੱਖਾਂਗੇ, ਓਨਾ ਵੱਡਾ ਉਹਦੇ ਪਿੱਛੇ ਦੁੱਖ ਵੀ ਜ਼ਰੂਰ ਹੋਵੇਗਾ। ਜੀਵਨ ਦੀ ਬੜੀ ਵੱਡੀ ਚਾਹਤ ਹੈ, ਬੜੀ ਵੱਡੀ ਇੱਛਾ ਹੈ, ਪਰ ਉਹਦੇ ਪਿੱਛੇ ਮੌਤ ਦਾ ਵੱਡਾ ਦੁੱਖ ਵੀ ਹੈ। ਹਰ ਮਨੁੱਖ ਜਿਉਣਾ ਚਾਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਮੌਤ ਸ਼ਬਦ ਕਿਸੇ ਨੂੰ ਚੰਗਾ ਨਹੀਂ ਲੱਗਦਾ। ਦੁਨੀਆ ਦੇ ਵਿੱਚ ਬੜੇ ਬੜੇ ਪੀਰ ਫਕੀਰ ਆਏ, ਜਿਨ੍ਹਾਂ ਨੇ ਸਵਾਸ 10ਵੇਂ ਦੀਵਾਰ ਤੇ ਚੜ੍ਹਾ ਲਈ, ਲੰਬਾ ਸਮਾਂ ਸਰੀਰ ਨੂੰ ਜੀਵਤ ਰੱਖਿਆ। ਬੜੇ ਬੜੇ ਅਮੀਰ ਲੋਕ ਆਏ, ਜਿਨ੍ਹਾਂ ਨੇ ਪੈਸਾ ਖਰਚ ਕਰਕੇ ਜਰਜਰੇ ਸਰੀਰ ਨੂੰ ਜੀਵਤ ਰੱਖਣ ਵਾਸਤੇ ਬੜੇ ਬੜੇ ਕੁਸ਼ਤੇ ਖਾਧੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਰੀਰ ਨੂੰ ਜਿਉਂਦਿਆਂ ਰੱਖਿਆ ਜਾ ਸਕੇ, ਮੈਂ ਜੀਵਤ ਰਹਾ। ਸਰੀਰ ਚੱਲਣ ਫਿਰਨ ਤੋਂ ਭਾਵੇਂ ਅਸਮਰੱਥ ਹੋ ਜਾਵੇ, ਚੱਲ ਫਿਰ ਨਾ ਸਕਦਾ ਹੋਵੇ, ਗੋਡੇ ਰਹਿ ਜਾਣ, ਸਰੀਰ 'ਚ ਤਾਕਤ ਨਾ ਰਹੇ, ਪਰ ਮਨੁੱਖ ਜਿਉਣਾ ਚਾਹੁੰਦਾ ਹੈ। ਮੌਤ ਸ਼ਬਦ ਚੰਗਾ ਨਹੀਂ ਲੱਗਦਾ। ਮੌਤ ਸ਼ਬਦ ਸੁਣਦਾ ਹੈ, ਅੰਦਰ ਪੀੜਾ ਮਹਿਸੂਸ ਹੁੰਦੀ ਹੈ, ਦੁੱਖ ਮਹਿਸੂਸ ਹੁੰਦਾ ਹੈ। ਤੇ ਜਿਹੜੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ, ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਮੌਤ ਦਾ ਜਿਹੜਾ ਵੱਡਾ ਦੁੱਖ ਹੈ, ਮੌਤ ਦੀ ਜਿਹੜੀ ਪੀੜਾ ਹੈ, ਉਹਨੂੰ ਖਤਮ ਕਰ ਦਿੰਦੇ ਹਨ। ਸਿੱਖ ਸੰਗ ਸਮੁਦਾਇ ਦਾਸ ਸੋਵਤ ਚੱਲੇ। ਗੁਰੂ ਸਾਹਿਬ ਜੀ ਪਾਲਕੀ ਵਿੱਚ ਸਵਾਰ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਵੱਲ ਨੂੰ ਚਾਲੇ ਪਾਏ ਨੇ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਲਕੀ ਸਾਹਿਬ ਚੱਲੀ ਹੈ, ਤੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ, ਬਹੁਤ ਜਿਹੜੇ ਸੇਵਕ ਸਨ, ਉਹ ਵੀ ਨਾਲ ਚੱਲੇ ਹਨ। ਓ ਮਨੋ ਚੰਦਰਮਾ ਸਾਥ ਤੇ ਮਨ ਤਾਰਕਾ ਗਨ ਭਲੇ। ਜਿਵੇਂ ਆਪਾਂ ਰਾਤ ਹੁੰਦੀ ਹੈ ਤੇ ਰਾਤ ਨੂੰ ਆਕਾਸ਼ ਦੇ ਵਿੱਚ ਚੰਦਰਮਾ ਵੇਖਦੇ ਆ, ਉਹਦੇ ਆਲੇ ਦੁਆਲੇ ਤਾਰੇ ਨੇ, ਤੇ ਉਹ ਤਾਰਿਆਂ ਦੇ ਕਰਕੇ ਚੰਦਰਮਾ ਦੀ ਬਹੁਤ ਸ਼ੋਭਾ ਹੈ, ਬੜਾ ਸੋਹਣਾ ਲੱਗਦਾ ਰਾਤ ਨੂੰ। ਮਾਨੋ ਜਿਵੇਂ ਚੰਦਰਮਾ ਦੇ ਨਾਲ ਤਾਰੇ ਹੋਣ ਕਰਕੇ ਬਹੁਤ ਸ਼ੋਭਾ ਹੈ, ਇਸ ਤਰ੍ਹਾਂ ਗੁਰੂ ਕੇ ਸਿੱਖ, ਗੁਰੂ ਕੀਆਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਜਾਂਦੀਆਂ ਹੋਈਆਂ ਸ਼ੋਭ ਰਹੀਆਂ ਹਨ। ਸਨੇ ਸਨੇ ਚੱਲ ਆਏ ਸੋ ਗੋਇੰਦਵਾਲ ਕੋ। ਹੌਲੀ ਹੌਲੀ ਚੱਲਦਿਆਂ ਹੋਇਆਂ ਸਾਰਾ ਪੈਂਡਾ ਤੈਅ ਕਰਦੇ ਆ ਰਹੇ ਨੇ। ਪੈਂਡਾ ਤੈਅ ਕਰਕੇ ਸ਼੍ਰੀ ਗੋਇੰਦਵਾਲ ਸਾਹਿਬ ਵੱਲ ਨੂੰ
ਜਿਹੜਾ ਹੈ ਉਹ ਸਫ਼ਰ ਮੁਕਾਉਂਦੇ ਤੁਰੇ ਆ ਰਹੇ ਹਨ। ਜਹਾਂ ਬੇਪਾਸ ਨਦੀ ਪ੍ਰਵਾਹ ਬਸਾਲ ਕੋ। ਪੈਂਡਾ ਮੁਕਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਜਿਹੜਾ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਹੈ, ਤੇ ਜਿਸ ਬਿਆਸ ਦਰਿਆ ਦੇ ਵਿੱਚ ਬੜਾ ਨਿਰਮਲ ਜਲ, ਠਾਠਾ ਮਾਰਦਾ ਜਲ ਵਗਦਾ ਹੈ, ਐਸੇ ਨਿਰਮਲ ਜਲ ਵਾਲੇ ਬਿਆਸ ਦਰਿਆ ਦੇ ਕਿਨਾਰੇ ਤੇ ਜਿੱਥੇ ਗੋਇੰਦਵਾਲ ਨਗਰ ਹੈ, ਸਤਿਗੁਰੂ ਪਾਤਸ਼ਾਹ ਜੀ ਉਸ ਨਗਰ ਦੇ ਵਿੱਚ ਆਣ ਪਹੁੰਚੇ ਹਨ। ਬਾਪੇ ਮਜਨ ਕੀਨ ਧਿਆਨ ਸਤਿਗੁਰੂ ਧਰੇ। ਪਹੁੰਚ ਕਰਕੇ ਗੋਇੰਦਵਾਲ ਸਾਹਿਬ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਉਲੀ ਸਾਹਿਬ ਦੇ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੈ। ਅੱਜ ਵੀ ਸੰਗਤਾਂ ਜਦੋਂ ਪਹੁੰਚਦੀਆਂ ਨੇ ਸ਼੍ਰੀ ਗੋਇੰਦਵਾਲ ਸਾਹਿਬ, ਤੇ ਪਹੁੰਚ ਕਰਕੇ ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਅਸਥਾਨ ਤੇ ਬਾਉਲੀ ਸਾਹਿਬ ਤੋਂ ਇਸ਼ਨਾਨ ਕਰਦੀਆਂ ਨੇ। ਬੇਅੰਤ ਸੰਗਤਾਂ ਜਪਜੀ ਸਾਹਿਬ ਦੇ ਪਾਠ ਕਰਦੀਆਂ ਨੇ। ਜੋ ਬਚਨ ਹੈ ਕਿ ਜਿਹੜਾ ਮਨ ਕਰਕੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਇੱਥੇ ਇਸ਼ਨਾਨ ਕਰੇਗਾ, ਜਪਜੀ ਸਾਹਿਬ ਦੇ ਪਾਠ ਕਰੇਗਾ, ਉਹਦੀ 84 ਕੱਟੀ ਜਾਵੇਗੀ। ਐਸਾ ਹੀ ਪਾਵਨ ਪਵਿੱਤਰ ਸਥਾਨ ਹੈ। ਵੱਡਿਆਂ ਸਤਿਗੁਰਾਂ ਜੀ ਦਾ ਵਰਸਾਇਆ ਹੋਇਆ ਇਹ ਸਥਾਨ ਜਾਣ ਕਰਕੇ ਬਾਉਲੀ ਸਾਹਿਬ ਦੇ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੈ, ਹਿਰਦੇ ਅੰਦਰ ਯਾਦ ਕੀਤਾ ਹੈ। ਓ ਤਿਸ ਛਿਨ ਸਿਰ ਗੁਰ ਅਮਰ ਆਨ ਆਗੈ ਖਰੇ। ਤੇ ਜਦੋਂ ਸਤਿਗੁਰੂ ਜੀ ਨੂੰ ਸਿਮਰਿਆ, ਯਾਦ ਕੀਤਾ, ਤਤ ਛਿਨ ਉਸੇ ਵੇਲੇ ਸੂਖਮ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਗਟ ਹੋਏ ਨੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿਮਰਿਆ, ਯਾਦ ਕੀਤਾ, ਯਾਦ ਕਰਦਿਆਂ ਸਾਰ ਹੁਣ ਦੇਰੀ ਨਹੀਂ ਲਾਈ, ਉਸੇ ਵਕਤ ਤਤ ਛਿਨ ਦੇ ਵਿੱਚ ਸੂਖਮ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਹਮਣੇ ਪ੍ਰਗਟ ਹੋਏ ਹਨ। ਸ੍ਰੀ ਅਰਜਨ ਅਵਲੋਕ ਚਰਨ ਅਰਬਿੰਦ ਕੋ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੇਖਿਆ, ਹੁਣ ਸੂਖਮ ਰੂਪ ਵਿੱਚ ਕੇਵਲ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੇਖਿਆ, ਤੇ ਹੁਣ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਬੰਦਨਾ ਕੀਤੀ ਹੈ। ਬੰਦਨ ਠਾਨ ਸੋ ਪ੍ਰੇਮ ਆਨੰਦ ਬਲੰਦ ਕੋ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਹੋਏ, ਦਰਸ਼ਨ ਕਰਦਿਆਂ, ਦੀਦਾਰ ਕਰਦਿਆਂ, ਚਰਨਾਂ ਤੇ ਨਮਸਕਾਰ ਕਰਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹਿਰਦਾ ਆਨੰਦ ਦੇ ਨਾਲ ਭਰ ਗਿਆ, ਆਨੰਦ ਦੇ ਸਹਿਤ ਹੋਏ ਹਨ। ਬਹੁਤ ਹਿਰਦੇ ਅੰਦਰ ਆਨੰਦ ਵਧਿਆ ਹੈ। ਗਦ ਗਦ ਗੇਰਾ ਰੋਮੰਚ ਬਿਲੋਚਨ ਜਲ ਭਰੇ। ਹਿਰਦੇ ਅੰਦਰ ਇਤਨਾ ਵੈਰਾਗ ਆਇਆ ਕਿ ਜਦੋਂ ਮੁਖ ਤੋਂ ਬੋਲਦੇ ਨੇ ਜ਼ੁਬਾਨ ਥਤਲਾਉਣ ਲੱਗ ਪਈ। ਇਤਨਾ ਵੈਰਾਗ ਮਨ ਅੰਦਰ ਆ ਗਿਆ ਸਤਿਗੁਰੂ ਜੀ ਦੇ ਦੀਦਾਰ ਕਰਦੇ ਹਾਂ, ਇਤਨਾ ਆਨੰਦ ਨਾਲ ਹਿਰਦਾ ਭਰਿਆ, ਇਤਨਾ ਵੈਰਾਗ ਆਇਆ। ਹੁਣ ਜਦੋਂ ਕੋਈ ਬਚਨ ਕਰਨ ਲੱਗਦੇ ਨੇ ਜ਼ਬਾਨ ਥਤਲਾਉਂਦੀ ਹੈ, ਕੰਠ ਭਰ ਆਇਆ, ਰੋਮੰਚ ਬੇਲੋਚਨ, ਜਿਹੜੇ ਰੋਮ ਹਨ ਉਹ ਖੜੇ ਹੋ ਗਏ ਨੇ, ਤੇ ਜਲ ਭਰੇ, ਬਿਲੋਚਨ ਜਲ ਭਰੇ ਹੈ, ਜਿਹੜੀਆਂ ਅੱਖਾਂ ਨੇ ਨੇਤਰਾਂ ਦੇ ਵਿੱਚ ਜਲ ਭਰ ਆਇਆ ਹੈ। ਇਤਨਾ ਵੈਰਾਗ ਆਇਆ ਗੁਰੂ ਦੇ ਦੀਦਾਰ ਕਰਕੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ, ਕਿ ਨੇਤਰਾਂ ਦੇ ਵਿੱਚੋਂ ਜਲ ਵਹਿਣ ਲੱਗਾ, ਸਰੀਰ ਦੇ ਰੋਮ ਜਿਹੜੇ ਖੜੇ ਹੋ ਗਏ, ਗਲਾ ਭਰ ਆਇਆ, ਹੁਣ ਆਵਾਜ਼ ਨਹੀਂ ਨਿਕਲਦੀ। ਹੋ ਬਿਨਤੇ ਬਹੁਰ ਬਖਾਨ ਨਮਰ ਜੁਤ ਹੋਏ ਖਰੇ। ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਬੜੇ ਨਿਮਰਤਾ ਦੇ ਸਹਿਤ ਬੇਨਤੀਆਂ ਕੀਤੀਆਂ ਹਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਨਮੁਖ। ਸਿਰ ਪਰ ਧਰ ਕਰ ਹਾਥ
ਹਰਖ ਔਰ ਧਾਰ ਕੈ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਹਿਰਦੇ ਅੰਦਰ ਬਹੁਤ ਪ੍ਰਸੰਨ ਹੋਏ ਤੇ ਬਹੁਤ ਪ੍ਰਸੰਨ ਹੋ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੀਸ ਤੇ ਆਪਣਾ ਹਸਤ ਕਮਲ ਜਿਹੜਾ ਹੱਥ ਹੈ ਉਹ ਰੱਖਿਆ ਹੈ। ਸ੍ਰੀ ਅਰਜਨ ਸੋ ਭਨਿਓ ਕਾਜ ਲਿਹੋ ਸਾਰ ਤੇ ਕੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੀਸ ਤੇ ਹੱਥ ਰੱਖਦਿਆਂ ਹੋਇਆਂ ਕਹਿਣ ਲੱਗੇ, ਜੋ ਕਾਰਜ ਸਵਾਰਨ ਵਾਸਤੇ ਆਏ ਹੋ ਉਹ ਆਪਣਾ ਕਾਰਜ ਸਵਾਰ ਲਵੋ। ਬਹੁਤ ਵੱਡਾ ਕਾਰਜ ਹੈ ਜੋ ਪਾਵਨ ਅਸਥਾਨ ਸ੍ਰੀ ਹਰਮੰਦਰ ਸਾਹਿਬ ਬਣ ਕੇ ਤਿਆਰ ਹੋਇਆ ਹੈ। ਉਹਦੇ ਵਿੱਚ ਆਦ ਸ੍ਰੀ ਗ੍ਰੰਥ ਜੀ ਦਾ ਪ੍ਰਕਾਸ਼ ਕਰਨ ਲਈ ਜਿਹੜਾ ਕਾਰਜ ਤੁਸੀਂ ਕਰਨਾ ਚਾਹੁੰਦੇ ਹੋ ਬਹੁਤ ਵੱਡਾ ਕਾਰਜ ਹੈ ਤੇ ਕਾਰਜ ਨੂੰ ਸਵਾਰਨ ਲਈ ਤੁਸੀਂ ਇੱਥੇ ਆਏ ਹੋ ਤੇ ਉਹ ਕਾਰਜ ਨੂੰ ਸਵਾਰ ਕੇ ਆਦ ਸ੍ਰੀ ਗ੍ਰੰਥ ਪਾਵਨ ਬੀੜ ਤਿਆਰ ਕਰਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਉਹਦਾ ਪ੍ਰਕਾਸ਼ ਕੀਤਾ ਜਾਵੇ। ਕੀਰਤ ਮੋਹਨ ਕਰੋ ਪੋਥੀਆਂ ਲੀਜੀਏ। ਤੇ ਬਾਬਾ ਮੋਹਨ ਜੀ ਦੇ ਕੋਲ ਪੋਥੀਆਂ ਹਨ ਗੁਰਬਾਣੀ ਦੀਆਂ, ਇਸ ਕਰਕੇ ਮੋਹਨ ਜੀ ਦੀ ਉਸਤਤ ਕਰਕੇ ਉਹਨਾਂ ਦੀ ਕੀਰਤੀ ਨੂੰ ਗਾ ਕਰਕੇ ਉਹਨਾਂ ਦਾ ਸੁਜਸ ਕਰਕੇ ਉਹਨਾਂ ਦੇ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਆਪ ਜੀ ਪ੍ਰਾਪਤ ਕਰ ਲਵੋ। ਹੋ ਸ੍ਰੇਸ਼ਟ ਉਦਮ ਹੈ ਬੀੜ ਸਭ ਕੀਜੀਏ। ਤੇ ਇਹ ਸ੍ਰੇਸ਼ਟ ਉਦਮ ਹੈ, ਤੁਹਾਡਾ ਨੇਕ ਕਾਰਜ ਕਰਨ ਦਾ ਵੱਡਾ ਉਦਮ ਹੈ। ਇਹ ਬੀੜ ਸਭ ਕੀਜੀਏ, ਜਿਹੜੀ ਬੀੜ ਪਾਵਨ ਬੀੜ ਤਿਆਰ ਕਰਨ ਦਾ ਤੁਹਾਡਾ ਉਦਮ ਹੈ, ਬੜਾ ਸ੍ਰੇਸ਼ਟ ਬੜਾ ਭਲਾ ਉਦਮ ਨੇਕ ਉਦਮ ਹੈ। ਰਹੋ ਨਮਰਤਾ ਸੰਗ ਜੇ ਮੋਹਨ ਕੁਛ ਕਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿ ਜਦੋਂ ਤੁਸੀਂ ਜਾਣਾ ਹੈ ਬਾਬਾ ਮੋਹਨ ਜੀ ਦੇ ਪਾਸ ਪੋਥੀਆਂ ਲੈਣ ਵਾਸਤੇ, ਤੇ ਜੇ ਤੁਹਾਨੂੰ ਕੋਈ ਗੁੱਸੇ ਵਿੱਚ ਆ ਕਰਕੇ ਕੋਈ ਬਚਨ ਕਹਿ ਵੀ ਦੇਣ ਤੇ ਤੁਸੀਂ ਗੁੱਸਾ ਨਹੀਂ ਕਰਨਾ, ਨਿਮਰਤਾ ਧਾਰਨ ਕਰਨੀ ਹੈ। ਹਿਰਦੇ ਅੰਦਰ ਨਿਮਰਤਾ ਧਾਰਨ ਕਰਕੇ ਉਹ ਬੋਲ ਸੁਣ ਲੈਣੇ ਨੇ, ਗੁੱਸਾ ਨਹੀਂ ਕਰਨਾ ਮਨ ਦੇ ਅੰਦਰ। ਸਹਿ ਕਰ ਬਾਕ ਕਠੋਰ ਲੇਹੋ ਜੋ ਚਿਤ ਚ ਹੈ। ਤੇ ਉਹ ਕਠੋਰ ਜਿਹੜੇ ਬੋਲ ਨੇ ਉਹਨਾਂ ਦੇ ਮੋਹਨ ਜੀ ਦੇ ਕਹੇ ਹੋਏ ਕਠੋਰ ਬੋਲਾਂ ਨੂੰ ਹਿਰਦੇ ਅੰਦਰ ਸਹਿ ਕੇ ਜਿਹੜਾ ਕਾਰਜ ਕਰਨ ਵਾਸਤੇ ਆਏ ਹੋ ਨਾ, ਮਨ ਅੰਦਰ ਸੰਕਲਪ ਲੈ ਕੇ ਆਏ ਹੋ, ਉਹ ਬੋਲ ਸਹਿ ਕਰਕੇ ਤੁਸੀਂ ਆਪਣਾ ਜਿਹੜਾ ਹੈ ਮਨ ਦਾ ਸੰਕਲਪ ਪੂਰਾ ਕਰਨਾ ਹੈ, ਉਹ ਕਾਰਜ ਨੂੰ ਸਵਾਰਨਾ ਹੈ। ਕਹੈ ਨਿਸਠੁਰ ਪਛੁਤਾਏ ਨਮਰ ਹੋਏ ਜਾਏ ਹੈ। ਜਦੋਂ ਤੁਸੀਂ ਮੋਹਨ ਜੀ ਦੇ ਪਾਸ ਜਾਓਗੇ, ਪਹਿਲਾਂ ਕ੍ਰੋਧ ਵਿੱਚ ਆ ਕੇ ਬੋਲ ਬੋਲੇਗਾ, ਗੁੱਸੇ ਵਿੱਚ ਆ ਕੇ ਕੁਝ ਐਸਾ ਅਜਿਹੇ ਸ਼ਬਦ ਕਹੇਗਾ, ਪਰ ਬਾਅਦ ਵਿੱਚ ਉਹਦੇ ਮਨ ਅੰਦਰ ਨਿਮਰਤਾ ਆ ਜਾਵੇਗੀ, ਬਾਅਦ ਦੇ ਵਿੱਚ ਉਹ ਨਿਮਰ ਹੋ ਜਾਵੇਗਾ, ਸੁਭਾਅ ਉਹਦਾ ਜਿਹੜਾ ਉਹ ਬਦਲ ਜਾਵੇਗਾ। ਹੋ ਮਨ ਹੈ ਤੁਮਰੋ ਕਹਿਓ ਨਾ ਬਹੁਰ ਹਟਾਏ ਹੈ। ਫਿਰ ਉਹ ਤੁਹਾਡਾ ਕਹਿਆ ਹੋਇਆ ਜ਼ਰੂਰ ਮੰਨੇਗਾ। ਜੋ ਕਹੋਗੇ ਨਾ ਤੁਸੀਂ, ਪਹਿਲਾਂ ਤਾਂ ਜ਼ਰੂਰ ਗੁੱਸੇ ਵਿੱਚ ਆ ਕੇ ਬੋਲੇਗਾ, ਪਰ ਬਾਅਦ ਵਿੱਚ ਨਿਮਰ ਹੋ ਜਾਵੇਗਾ। ਫਿਰ ਜੋ ਵੀ ਬਚਨ ਤੁਸੀਂ ਕਹੋਗੇ ਉਹ ਤੁਹਾਡੇ ਕਹੇ ਹੋਏ ਬਚਨ ਜਿਹੜੇ ਨੇ ਉਹ ਮੰਨੇਗਾ, ਨਾ ਬਾਹਰ ਹਟਾਏ ਹੈ, ਤੇ ਫਿਰ ਕਿਸੇ ਪ੍ਰਕਾਰ ਦੇ ਨਾਲ ਤੁਹਾਡਾ ਕੋਈ ਵਿਰੋਧ ਨਹੀਂ ਕਰੇਗਾ, ਤੇ ਉਹ ਗੁਰਬਾਣੀ ਦੀਆਂ ਪੋਥੀਆਂ ਆਪ ਜੀ ਨੂੰ ਦੇ ਦੇਵੇਗਾ। ਏਮ ਕਹੈ ਸ੍ਰੀ ਗੁਰ ਅਮਰ ਸੋਵੰਤਰ ਧਿਆਨੀਏ। ਇਸ ਤਰ੍ਹਾਂ ਦੇ ਨਾਲ ਕਹਿ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਰਸ਼ਨ ਦੇ ਕੇ ਬਚਨ ਕਹਿ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਸੂਖਮ ਰੂਪ ਵਿੱਚ ਪ੍ਰਗਟ ਹੋਏ ਸਨ, ਅਲੋਪ ਹੋ ਗਏ ਹਨ। ਸ੍ਰੀ ਅਰਜਨ ਸੁਨ ਕਾਨ ਆਨੰਦ ਮਹਾਨੀਏ। ਤੇ ਜਦੋਂ ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਕਹੇ ਹੋਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਨੇ,
ਤੇ ਹਿਰਦਾ ਆਨੰਦ ਨਾਲ ਭਰ ਗਿਆ, ਆਨੰਦ ਦੀ ਪ੍ਰਾਪਤੀ ਹੋਈ ਹੈ। ਡੇਰਾ ਦੀਨ ਉਤਾਰ ਸਕਲ ਇੱਕ ਥਾਨ ਮੈਂ। ਤੇ ਇੱਕ ਥਾਂ ਤੇ ਆਪਣਾ ਡੇਰਾ ਕਰ ਲਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਇੱਕ ਜਗ੍ਹਾ ਤੇ ਆਪਣਾ ਡੇਰਾ ਕੀਤਾ ਹੈ। ਬਾਬਾ ਮੋਹਨ ਜੀ ਨੂੰ ਮਿਲਣ ਲਈ ਸਾਰੀਆਂ ਸਿੱਖ ਸੰਗਤਾਂ ਦਾ ਉਤਾਰਾ ਕਰਵਾਇਆ ਹੈ। ਹੋ ਗਮਨੇ ਪੁਰ ਮੈਂ ਆਪ ਤੰਬੂਰਾ ਪਾਨ ਮੈਂ। ਤੇ ਫਿਰ ਡੇਰਾ ਕਰਵਾ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਤੰਬੂਰਾ ਸਾਜ਼ ਹੈ, ਜਿਹਦੀਆਂ 4 ਤਾਰਾਂ ਹੁੰਦੀਆਂ ਹਨ ਤੇ ਤੂੰਬੇ ਦੇ ਨਾਲ ਪਿੱਛੇ ਡੰਡੀ ਬੰਨੀ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਸਾਜ਼ ਜਿਹੜਾ ਤਿਆਰ ਕੀਤਾ ਜਾਂਦਾ ਹੈ, ਤੰਬੂਰਾ ਕਹਿੰਦੇ ਨੇ। ਇਹ ਤੰਬੂਰਾ ਜਿਹੜਾ ਸਾਜ਼ ਸੀ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਲਿਆ ਤੇ ਨਗਰ ਦੇ ਵਿੱਚ ਜਿੱਥੇ ਚੁਬਾਰਾ ਸਾਹਿਬ ਸਥਾਨ ਹੈ, ਬਾਬਾ ਮੋਹਨ ਜੀ ਦਾ ਨਿਵਾਸ ਸੀ, ਉਸ ਪਾਸੇ ਵੱਲ ਨੂੰ ਚੱਲੇ ਹਨ। ਗੁਰ ਸੁਤ ਮੋਹਨ ਜਹਾਂ ਚੁਬਾਰੇ ਮੈਂ ਰਹੈ। ਜਿੱਥੇ ਚੁਬਾਰਾ ਸਾਹਿਬ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਮੋਹਨ ਜੀ ਸਮਾਧੀ ਦੇ ਵਿੱਚ ਲੀਨ ਰਹਿੰਦੇ ਹਨ। ਤਿਸ ਨੀਚੇ ਜੋ ਗਰੇ ਜਾਏ ਤਹ ਠਾਂ ਲਹੈ। ਦੇਖੋ ਕਿੰਨੀ ਨਿਮਰਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ ਹੈ। ਜਗਤ ਦੇ ਗੁਰੂ ਨੇ, ਪਰ ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਨੇ ਤੇ ਗੁਰਬਾਣੀ ਦੀਆਂ ਪੋਥੀਆਂ ਉਸ ਚੁਬਾਰੇ ਦੇ ਵਿੱਚ ਹੋਣ ਕਰਕੇ ਉਹ ਚੁਬਾਰੇ ਦੀ ਵੀ ਮਹਿਮਾ ਹੈ, ਕਿਉਂਕਿ ਉੱਥੇ ਗੁਰੂ ਦੀ ਬਾਣੀ ਹੈ। ਇੱਥੇ ਗੁਰੂ ਦੀ ਬਾਣੀ ਹੈ, ਉਸ ਸਥਾਨ ਦੀ ਮਹਿਮਾ ਹੈ, ਉਹ ਉੱਚਾ ਹੈ। ਹੁਣ ਆਪ ਜੀ ਨੇ ਜਿਹੜੀ ਚੁਬਾਰਾ ਸਾਹਿਬ ਦੇ ਨਾਲ ਦੇ ਵਿੱਚ ਗਲੀ ਸੀ, ਉਹ ਗਲੀ ਦੇ ਵਿੱਚ ਇੱਕ ਥਾਂ ਵੇਖੀ ਹੈ, ਇੱਕ ਜਗ੍ਹਾ ਵੇਖ ਕਰਕੇ ਭੂਤਲ ਬੈਠੇ ਆਪ ਸਿੱਖ ਤਬ ਦੇਖ ਕੇ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗਲੀ ਦੇ ਵਿੱਚ ਪੁੰਜੇ ਹੀ ਆਸਣ ਲਾ ਲਿਆ, ਕੋਈ ਵਿਛਾਉਣਾ ਵੀ ਨਹੀਂ ਵਿਛਾਇਆ, ਪੁੰਜੇ ਹੀ ਆਸਣ ਲਾਉਣਾ ਕੀਤਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀਆਂ ਸਿੱਖ ਸੰਗਤਾਂ ਵੇਖ ਰਹੀਆਂ ਨੇ। ਸਾਰੇ ਜਦੋਂ ਸਿੱਖ ਸੰਗਤਾਂ ਵੇਖ ਰਹੀਆਂ ਸਨ, ਹੋ ਦੌਰੇ ਆਸਨ ਲੈਨ ਸੋ ਬਿਸਮ ਬਸੇਖ ਕੈ। ਤੇ ਹੁਣ ਬੜੇ ਹੈਰਾਨ ਹੋਏ ਸਾਰੇ ਸਿੱਖ ਸੰਗਤਾਂ ਕਿ ਜਗਤ ਤੇ ਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਸਨਾਂ ਤੇ ਬਿਰਾਜਮਾਨ ਹੋਣ ਵਾਲੇ, ਤਖਤਾਂ ਤੇ ਬਿਰਾਜਮਾਨ ਹੋਣ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਪੁੰਜੇ ਹੀ ਆਸਣ ਲਾ ਲਿਆ। ਬੜੇ ਹੈਰਾਨ ਹੋਏ ਸਿੱਖ ਦੌੜੇ ਹਨ, ਵਿਛਾਉਣ ਦੇ ਵਾਸਤੇ ਦੌੜ ਕਰਕੇ ਗਏ ਹਨ। ਸਫੈ ਗਲੀਚੇ ਆਦ ਜੋ ਲਿਆਏ ਬਿਛਾਵਨੇ। ਕੋਈ ਦੌੜ ਕੇ ਗਿਆ, ਜਿਹਦੇ ਹੱਥ ਦਰੀ ਲੱਗੀ ਉਹ ਦਰੀ ਲੈ ਆਇਆ। ਕੋਈ ਗਲੀਚੇ ਚੱਕੀ ਲਿਆ ਰਿਹਾ ਸਤਿਗੁਰੂ ਪਾਤਸ਼ਾਹ ਜੀ ਦੇ ਨੀਚੇ ਵਿਛਾਉਣ ਲਈ, ਕਿ ਸਤਿਗੁਰੂ ਪਾਤਸ਼ਾਹ ਜੀ ਦੇ ਬੈਠਣ ਲਈ ਪਹਿਲਾਂ ਦਰੀਆਂ ਵਿਛਾ ਦਈਏ, ਗਲੀਚੇ ਵਿਛਾ ਦਈਏ, ਤਾਂ ਕਿ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੇ ਉੱਪਰ ਆਪਣਾ ਆਸਣ ਲਾਉਣ, ਪੁੰਜੇ ਨਾ ਬੈਠਣ। ਇਸ ਕਰਕੇ ਦੌੜ ਕੇ ਗਏ। ਕੋਈ ਦਰੀਆਂ ਲਿਆ ਰਿਹਾ, ਕੋਈ ਗਲੀਚੇ ਲਿਆ ਰਿਹਾ, ਬੜੇ ਪ੍ਰੇਮ ਦੇ ਨਾਲ ਵਿਛਾਈ ਕਰਨ ਦੇ ਲਈ। ਮ੍ਰਿਦੁਲ ਬਾਕ ਕਹਿ ਸਵਨ ਕਰੇ ਸੋ ਹਟਾਵਨੇ। ਬੜੇ ਮਿੱਠੇ ਬਚਨ ਕਹਿ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਰੋਕ ਦਿੱਤਾ ਦਰੀਆਂ ਗਲੀਚੇ ਵਿਛਾਉਣ ਤੋਂ। ਕਹਿਣ ਲੱਗੇ, ਜਦੋਂ ਕਿਸੇ ਦੇ ਕੋਲ ਮੰਗਣ ਜਾਈਏ ਉਦੋਂ ਗਲੀਚਿਆਂ ਤੇ ਨਹੀਂ, ਉਹਦੇ ਦਰ ਤੇ ਖੜੋ ਕੇ ਮੰਗਣਾ ਚਾਹੀਦਾ ਹੈ। ਜਦੋਂ ਮੰਗਣ ਜਾਈਏ ਹਿਰਦੇ ਦੇ ਅੰਦਰ ਨਿਮਰਤਾ ਹੋਵੇ, ਹਿਰਦੇ ਦੀ ਗਰੀਬੀ ਹੋਵੇ। ਅੱਜ ਅਸੀਂ ਲੈਣ ਵਾਸਤੇ ਆਏ ਆ ਤੇ ਅੱਜ ਅਸੀਂ ਗਲੀਚਿਆਂ ਤੇ ਬੈਠਣ ਲਈ ਨਹੀਂ, ਬਾਬਾ ਮੋਹਨ ਜੀ ਦੇ ਦਰ ਤੇ ਖੜ ਕੇ ਪੋਥੀਆਂ ਪ੍ਰਾਪਤ ਕਰਨੀਆਂ ਨੇ। ਅਸੀਂ ਲੈਣ ਵਾਸਤੇ ਆਏ ਆ, ਤੇ ਜਿਹੜਾ ਲੈਣ ਵਾਸਤੇ ਆਉਂਦਾ ਹੈ ਉਹ ਇਸ ਤਰ੍ਹਾਂ ਦੇ ਆਸਨਾਂ ਤੇ ਨਹੀਂ ਬੈਠਦਾ, ਉਹ ਦਰ ਤੇ ਖਲੋ ਕਰਕੇ ਮੰਗ ਕਰਦਾ ਹੈ। ਤੰਬੂਰਾ ਸੁਰ ਠਾਨ ਲਗੇ ਪੁਨ ਗਾਵਨੇ। ਤੇ ਉਹ ਜਿਹੜਾ ਤੰਬੂਰਾ ਸਾਜ਼ ਸੀ, ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸੁਰ ਕੀਤਾ ਹੈ
ਤੇ ਸੁਰ ਕਰਕੇ ਉਸ ਤੰਬੂਰੇ ਸਾਜ਼ ਨੂੰ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਗਾਉਣ ਲੱਗੇ ਬਾਣੀ ਦੇ ਸ਼ਬਦ। ਹੋ ਗੌੜੇ ਰਾਗ ਅਲਾਪ ਮਧੁਰ ਸੁਰ ਭਾਵਨ। ਗੌੜੀ ਰਾਗ ਦੇ ਵਿੱਚ ਬੜੀ ਮਿੱਠੀ ਆਵਾਜ਼ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਸ਼ਬਦ ਉਚਾਰਨ ਕੀਤਾ ਹੈ। ਦੋਹਰਾ ਸ਼ਬਦ ਬਨਾਵਤ ਜਾਤ ਹੈ, ਗਾਵਤ ਗੌੜੇ ਰਾਗ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ। ਸਤਿਗੁਰੂ ਪਾਤਸ਼ਾਹ ਜੀ ਨੇ ਬਚਪਨ ਵਿੱਚ ਇਹ ਬਖਸ਼ਿਸ਼ ਕਰ ਦਿੱਤੀ ਸੀ। ਨਾਨੇ ਦੇ ਕੋਲੋਂ ਵਰ ਲਿਆ ਹੋਇਆ ਸੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਬਦ ਬਣਾ ਰਹੇ ਨੇ, ਸ਼ਬਦ ਉਚਾਰਨ ਕਰ ਰਹੇ ਨੇ, ਗੌੜੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਗਾ ਰਹੇ ਹਨ। ਕਬ ਉੱਚੇ ਧੁਨ ਹੋਤ ਹੈ, ਕਬ ਧੁਨ ਸਹਜੇ ਲਾਗ। ਕਦੀ ਸ਼ਬਦ ਨੂੰ ਜਦੋਂ ਗਾਉਂਦੇ ਨੇ, ਸ਼ਬਦ ਗਾਉਂਦਿਆਂ ਗਾਉਂਦਿਆਂ ਕਦੀ ਧੁਨ ਉੱਚੀ ਹੋ ਜਾਂਦੀ ਹੈ ਤੇ ਕਦੀ ਸਵਰ ਜਿਹੜਾ ਉਹ ਨੀਵਾਂ ਕਰ ਲੈਂਦੇ ਨੇ, ਕਦੀ ਧੁਨ ਨੀਵੀਂ ਕਰ ਲੈਂਦੇ ਹਨ। ਇਸ ਤਰ੍ਹਾਂ ਦੇ ਨਾਲ ਪ੍ਰੇਮ ਵਿੱਚ ਭਿੱਜ ਕੇ ਬਾਣੀ ਗਾ ਰਹੇ ਨੇ। ਗੌੜੇ ਮਹੱਲਾ ਪੰਜਵਾ। ਮੋਹਨ ਤੇਰੇ ਉੱਚੇ ਮੰਦਰ ਮਹਲ ਅਪਾਰਾ। ਹੁਣ ਗੌੜੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ ਤੇ ਪਾਵਨ ਸ਼ਬਦ ਗਾਉਣਾ ਆਰੰਭ ਕੀਤਾ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ। ਮੋਹਨ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਹਾ ਗਿਆ ਹੈ ਤੇ ਇੱਥੇ ਬਾਬਾ ਮੋਹਨ ਜੀ ਦਾ ਨਾਮ ਵੀ ਹੈ। ਜਿਵੇਂ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਕਈ ਵਾਰੀ ਮਨ ਅੰਦਰ ਸ਼ੰਕਾ ਬਣ ਆਉਂਦਾ ਹੈ ਕਿ ਬਾਬਾ ਮੋਹਨ ਜੀ ਦੀ ਸਿਫਤ ਕੀਤੀ। ਨਹੀਂ, ਕਈ ਵਾਰੀ ਸ਼ਬਦ ਦੇ ਅੰਤਰੀਵ ਭਾਵ ਨੂੰ, ਡੂੰਘੇ ਭਾਵ ਨੂੰ ਛੇਤੀ ਸਮਝਿਆ ਨਹੀਂ ਜਾ ਸਕਦਾ ਤੇ ਉਸ ਨੂੰ ਸਮਝਾਉਣ ਵਾਸਤੇ ਇਸ ਤਰੀਕੇ ਦੇ ਨਾਲ ਅਰਥ ਕਰਕੇ ਸਮਝਾਇਆ ਜਾਂਦਾ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਦਾ ਨਾਮ ਵਰਤਿਆ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਲਾਲੋ ਸ਼ਬਦ, ਲਾਲੋ ਨਾਮ ਭਾਈ ਲਾਲੋ ਜੀ ਦਾ ਇਸ ਸ਼ਬਦ ਵਿੱਚ ਕਈ ਵਾਰੀ ਆਇਆ ਹੈ। ਇਸੇ ਤਰ੍ਹਾਂ ਸ਼ਬਦ ਦੇ ਅੰਦਰ ਸਿਫਤ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਹੈ ਤੇ ਮੋਹਨ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਹੈ। ਕਈ ਅਰਥ ਮੰਨਦੇ ਨੇ ਮੋਹਨ ਦੇ। ਮੋਹਨ ਦਾ ਭਾਵ ਹੈ ਮਨ ਨੂੰ ਮੋਹ ਲੈਣ ਵਾਲਾ, ਮੋਹਿਤ ਕਰ ਲੈਣ ਵਾਲਾ। ਤੇ ਦੂਜਾ ਭਾਵ ਇਹਦਾ ਇਹ ਵੀ ਬਣਦਾ ਹੈ ਕਿ ਮੋਹ ਦਾ ਨਾਸ਼ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ। ਦੂਸਰਾ ਭਾਵ ਇਹਦਾ ਇਹ ਵੀ ਹੈ। ਮੋਹਨ ਸ਼ਬਦ ਦੇ ਇਹ ਕਈ ਅਰਥ ਨੇ। ਮੋਹਨ ਤੇਰੇ ਉੱਚੇ ਮੰਦਰ, ਐ ਮੋਹਨ ਮਨ ਨੂੰ ਮੋਹ ਲੈਣ ਵਾਲੇ, ਮੋਹ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੇ ਜਿਹੜੇ ਮੰਦਰ ਹਨ ਉਹ ਬਹੁਤ ਉੱਚੇ ਨੇ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸਿੱਧਾ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ ਕਿ ਉਹ ਵਾਹਿਗੁਰੂ ਪਰਮੇਸ਼ਰ ਸੁਣਿਆ ਕਿ ਬਹੁਤ ਉੱਚਾ ਹੈ, ਉਹਦੇ ਬਾਬਤ ਕਿਵੇਂ ਜਾਣਿਆ ਜਾ ਸਕਦਾ ਹੈ ਜਿਹਦੇ ਬਾਬਤ ਉੱਚਾ ਕਿਹਾ ਗਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉਪਰ ਉੱਚਾ ਨਾਉ। ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ ਬਹੁਤ ਉੱਚਾ ਹੈ ਤੇ ਉੱਚੇ ਤੱਕ ਪਹੁੰਚਣ ਲਈ ਉਡਾਰੀ ਵੀ ਉੱਚੀ ਚਾਹੀਦੀ ਹੈ। ਉਹ ਕਿਹੜੀ ਉਡਾਰੀ ਹੈ, ਕਿਵੇਂ ਪਹੁੰਚਿਆ ਜਾ ਸਕਦਾ ਹੈ? ਵਾਹਿਗੁਰੂ ਪਰਮੇਸ਼ਰ ਦਾ ਨਾਮ ਉੱਚਾ ਹੈ। ਜੇ ਉੱਚੇ ਤੱਕ ਪਹੁੰਚਣਾ ਹੈ ਨਾ
ਤੇ ਫਿਰ ਉੱਚੇ ਦੇ ਨਾਮ ਨੂੰ ਸਿਮਰਨਾ ਪਵੇਗਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਉੱਚਾ ਹੈ, ਉੱਚੇ ਉੱਪਰ ਉੱਚਾ ਨਾਮ। ਉੱਚੇ ਦਾ ਜਿਹੜਾ ਸਾਰਿਆਂ ਤੋਂ ਉੱਚਾ ਹੈ, ਉਹਦਾ ਨਾਮ ਵੀ ਉੱਚਾ ਹੈ। ਇਸ ਕਰਕੇ ਉਹਦੇ ਨਾਮ ਨੂੰ ਸਿਮਰ ਕੇ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ। ਮੋਹਨ ਤੇੜਾ ਤੁਹਾਡੇ ਮੰਦਰ ਹਨ ਬਹੁਤ ਉੱਚੇ, ਵਾਹਿਗੁਰੂ ਪਰਮੇਸ਼ਰ ਜੀ ਉੱਚੇ ਮੰਦਰ ਹਨ, ਮਹਿਲ ਅਪਾਰਾ। ਜਿਹੜੇ ਤੁਹਾਡੇ ਮਹਿਲ ਨੇ, ਜਿਨ੍ਹਾਂ ਦੇ ਵਿੱਚ ਬੈਠ ਕੇ ਤੁਹਾਡੇ ਸੰਤ ਜਨ, ਸਾਧੂ ਜਨ ਬੰਦਗੀ ਕਰਦੇ ਨੇ, ਤੁਹਾਡੇ ਨਾਮ ਨੂੰ ਸਿਮਰਦੇ ਨੇ, ਉਹ ਮਹਿਲ ਜਿਹੜੇ ਨੇ ਅਪਾਰਾ, ਉਹਦਾ ਕੋਈ ਪਾਰਾਵਾਰ ਨਹੀਂ, ਉਹਦਾ ਕੋਈ ਕਿਨਾਰਾ ਨਹੀਂ ਹੈ, ਕੋਈ ਅੰਤ ਨਹੀਂ ਪਾ ਸਕਦਾ। ਮੋਹਨ ਤੇਰੇ ਸੋਹਣ ਦੁਆਰ ਜਿਉ, ਸੰਤ ਧਰਮਸ਼ਾਲਾ। ਐ ਮੋਹਨ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੇ ਜਿਹੜੇ ਉੱਚੇ ਮੰਦਰ ਨੇ, ਉਹਨਾਂ ਉੱਚੇ ਮੰਦਰਾਂ ਦੇ ਜਿਹੜੇ ਦੁਆਰ ਨੇ ਨਾ, ਉਹ ਵੀ ਬੜੇ ਸੋਹਣੇ ਨੇ, ਉਹ ਵੀ ਸ਼ੋਭਨੀਕ ਨੇ। ਜਪਜੀ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸੋਦਰ ਉਚਾਰਨ ਕੀਤਾ ਹੈ। ਰਹਿਰਾਸ ਸਾਹਿਬ ਦੀ ਬਾਣੀ ਅੰਦਰ ਵੀ ਸੋ ਦਰ ਤੀਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕਿਉਂਕਿ ਜੇ ਘਰ ਹੋਵੇਗਾ ਤੇ ਘਰ ਦਾ ਦਰ ਵੀ ਹੋਵੇਗਾ। ਇਹ ਤਾਂ ਕਦੀ ਨਹੀਂ ਹੋਇਆ ਕਿ ਘਰ ਹੋਵੇ ਤੇ ਘਰ ਦਾ ਦਰਵਾਜ਼ਾ ਹੀ ਨਾ ਹੋਵੇ। ਜੇ ਦਰਵਾਜ਼ਾ ਹੀ ਨਹੀਂ ਤੇ ਉਹ ਘਰ ਹੀ ਨਹੀਂ ਹੋ ਸਕਦਾ। ਤੇ ਕਦੀ ਇਹ ਵੀ ਨਹੀਂ ਹੋਇਆ ਕਿ ਕੱਲਾ ਦਰ ਹੋਵੇ ਤੇ ਘਰ ਨਾ ਹੋਵੇ। ਜੇ ਘਰ ਹੈ ਤਾਂ ਦਰ ਵੀ ਹੋਵੇਗਾ, ਜੇ ਦਰ ਹੈ ਤਾਂ ਘਰ ਵੀ ਹੋਵੇਗਾ। ਹੁਣ ਉਸ ਵਾਹਿਗੁਰੂ ਪਰਮੇਸ਼ਰ ਉਹ ਵਸਦਾ ਕਿੱਥੇ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਉਹਦੇ ਘਰ ਦਾ ਦਰ ਕਿਹੜਾ ਹੈ? ਸਤ ਸੰਗਤ ਉਹਦਾ ਦਰ ਹੈ। ਆਪਾਂ ਕਿੱਥੇ ਪਹੁੰਚਦੇ ਹਾਂ? ਉਦੋਂ ਮਿਲਣਾ ਤੇ ਸਤ ਸੰਗਤ ਵਿੱਚ ਮਿਲਿਆ ਜਾਣਾ ਹੈ। ਸਤ ਸੰਗਤ ਉਹਦੇ ਘਰ ਦਾ ਦਰ ਹੈ। ਜਦੋਂ ਅਸੀਂ ਉਹਦੇ ਦਰ ਤੇ ਪਹੁੰਚਦੇ ਹਾਂ ਤੇ ਜਦੋਂ ਕਿਸੇ ਦਾ ਦਰ ਖੜਕਾਉਂਦੇ ਆ, ਜਾ ਕੇ ਅਸੀਂ ਦਰਵਾਜ਼ਾ ਖੜਕਾਉਂਦੇ ਆ, ਤਾਂ ਫਿਰ ਘਰ ਵਾਲਾ ਅੱਗੋਂ ਦਰਵਾਜ਼ਾ ਖੋਲਦਾ ਤੇ ਉਹਦੇ ਦੀਦਾਰ ਹੋ ਜਾਂਦੇ ਨੇ, ਉਹਦਾ ਮਿਲਾਪ ਹੋ ਜਾਂਦਾ ਹੈ। ਇਸ ਕਰਕੇ ਸਤ ਸੰਗਤ ਰੂਪੀ ਦਰ ਤੇ ਜਦੋਂ ਅਸੀਂ ਪਹੁੰਚਦੇ ਆ ਨਾ, ਤੇ ਫਿਰ ਉਹ ਦਰ ਵਾਲਾ ਜਦੋਂ ਦਰਵਾਜ਼ਾ ਖੋਲਦਾ ਹੈ, ਉਹਦਾ ਮਿਲਾਪ ਹੋ ਜਾਂਦਾ ਹੈ। ਇਸ ਕਰਕੇ ਹੇ ਵਾਹਿਗੁਰੂ ਪਰਮੇਸ਼ਰ ਜੀਓ, ਜਿਹੜੇ ਤੁਹਾਡੇ ਸੋਹਣੇ ਉੱਚੇ ਮੰਦਰ ਨੇ, ਉਹਨਾਂ ਸੋਹਣੇ ਉੱਚੇ ਮੰਦਰਾਂ ਦੇ ਜਿਹੜੇ ਦਰ ਨੇ, ਦਰਵਾਜ਼ੇ ਨੇ, ਉਹ ਵੀ ਬੜੇ ਸੋਹਣੇ ਨੇ, ਬੜੇ ਸ਼ੋਭਨੀਕ ਨੇ। ਮੋਹਨ ਤੇਰੇ ਸੋਹਣ ਦੁਆਰ ਜੀਓ, ਸੰਤ ਧਰਮਸ਼ਾਲਾ। ਉਹ ਤੇਰੀ ਧਰਮਸ਼ਾਲਾ ਜਿੱਥੇ ਤੇਰੇ ਸੰਤ ਜਨ ਬੈਠ ਕੇ ਬੰਦਗੀ ਕਰਦੇ ਨੇ, ਨਾਮ ਨੂੰ ਸਿਮਰਦੇ ਨੇ। ਆ ਧਰਮਸ਼ਾਲਾ ਹੀ ਬਣੀ ਹੋਈ ਹੈ ਨਾ, ਗੁਰਚਰਨਾਂ ਵਿੱਚ ਬੈਠ ਕੇ ਉਹਦੀ ਉਸਤਤ ਕਰ ਰਹੇ ਆ, ਉਹਦੀ ਉਸਤਤ ਸਰਵਣ ਕਰ ਰਹੇ ਆ, ਉਹਦੇ ਨਾਮ ਨੂੰ ਸਿਮਰਿਆ ਜਾਂਦਾ ਹੈ। ਉਹ ਤੇਰੀ ਧਰਮਸ਼ਾਲਾ। ਕਿਉਂਕਿ ਵਿਦਵਾਨ ਜਨਾਂ ਦੀ ਜਦੋਂ ਸੰਗਤ ਕਰੀਏ ਪਤਾ ਲੱਗਦਾ ਹੈ, ਜਿਸ ਤਰ੍ਹਾਂ ਇਸ ਲੋਕ ਦੇ ਵਿੱਚ, ਇਸ ਧਰਤੀ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਗੁਰਦੁਆਰੇ ਸਾਹਿਬ ਦੇ ਬਾਹਰ ਵਾਰ ਨਿਸ਼ਾਨ ਸਭ ਝੂਲਦਾ ਹੈ, ਔਰ ਗੁਰਦੁਆਰੇ ਦੇ ਅੰਦਰ ਬਾਣੀ ਪੜ੍ਹੀ ਜਾਂਦੀ ਹੈ, ਔਰ ਸਤ ਸੰਗਤ ਹੁੰਦੀ ਹੈ। ਉਸੇ ਤਰ੍ਹਾਂ ਪਰਲੋਕ ਦੇ ਵਿੱਚ ਵੀ, ਸੱਚਖੰਡ ਦੇ ਵਿੱਚ ਵੀ ਐਸਾ ਹੀ ਸੋਹਣਾ ਸੁੰਦਰ ਸਥਾਨ ਹੈ, ਜਿੱਥੇ ਸਤਿਗੁਰੂ ਜੀ ਆਪਣੇ ਤਖਤਾਂ ਤੇ ਸ਼ੋਭਦੇ ਨੇ, ਤੇ ਗੁਰੂ ਕੇ ਪਿਆਰੇ ਜਿਹੜੇ ਸੰਤ ਜਨ ਨੇ, ਨਾਮ ਦੇ ਰਸੀਏ, ਉਹ ਸਤ ਸੰਗਤ ਰੂਪ ਦੇ ਵਿੱਚ ਉੱਥੇ ਜੁੜਦੇ ਨੇ, ਉੱਥੇ ਪਰਮੇਸ਼ਰ ਦੀ ਉਸਤਤ ਗਾਇਨ ਕਰਦੇ ਨੇ। ਇਸ ਕਰਕੇ ਉਹ ਤੇਰੀ ਜਿਹੜੀ ਧਰਮਸ਼ਾਲਾ ਹੈ, ਉਹ ਵੀ ਬੜੀ ਸੁੰਦਰ ਸ਼ੋਭਨੀਕ ਹੈ, ਕਿਉਂਕਿ ਉੱਥੇ ਬੈਠ ਕੇ ਤੇਰੇ ਪਿਆਰੇ ਸੰਤ ਜਨ ਤੈਨੂੰ ਸਿਮਰਦੇ ਹਨ, ਤੇਰੀ ਬੰਦਗੀ ਕਰਦੇ ਹਨ। ਧਰਮਸਾਲ ਅਪਾਰ ਦਇਆਰ ਠਾਕੁਰ, ਸਦਾ ਕੀਰਤਨ ਗਾਵਹਿ। ਐਸੀ ਧਰਮਸ਼ਾਲ ਦੇ ਅੰਦਰ ਹੈ ਦਇਆਲੂ ਸਤਿਗੁਰੂ ਠਾਕੁਰ ਵਾਹਿਗੁਰੂ ਪਰਮੇਸ਼ਰ ਜੀਓ। ਉਹ ਤੇਰੀ ਸੋਹਣੀ ਸੁੰਦਰ ਧਰਮਸ਼ਾਲ ਹੈ, ਜਿੱਥੇ ਬੈਠ ਕੇ ਤੇਰੇ ਸਾਧੂ ਜਨ ਕੀਰਤਨ ਗਾਵਹਿ, ਤੇਰੀ ਕੀਰਤੀ ਗਾਇਨ ਕਰਦੇ ਨੇ, ਤੇਰਾ ਸੁਜਸ ਗਾਇਨ ਕਰਦੇ ਨੇ, ਜਿੱਥੇ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਜਹ ਸਾਧ ਸੰਤ ਇਕਤਰ ਹੋਵਹਿ,
ਤਹਾਂ ਤੁਝ ਹੈ ਤੇ ਆਵਹਿ। ਤੇ ਜਿੱਥੇ ਸੋਧੇ ਹੋਇਆਂ ਦੀ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਸ਼ੁੱਧ ਕਰ ਲਿਆ, ਉਹ ਸ਼ੁੱਧ ਹੋਇਆਂ ਦੀ, ਸਾਧਿਆ ਹੋਇਆਂ ਦੀ, ਸਾਧ ਜਨਾਂ ਦੀ ਸੰਗਤ ਹੁੰਦੀ ਹੈ ਨਾ, ਤੇ ਫਿਰ ਉਹ ਮਿਲ ਕਰਕੇ ਜੈ ਸਾਧ ਸੰਤ ਇਕੱਤਰ ਹੋਵਹਿ। ਇੱਥੇ ਫਿਰ ਸਾਧ ਆਪਣੇ ਆਪ ਨੂੰ ਸਾਧ ਲੈਂਦਾ ਹੈ। ਸਾਧ ਤੋਂ ਅਗਲੀ ਪਦਵੀ ਸੰਤ ਦੀ ਹੈ। ਪਹਿਲਾਂ ਆਪਣੇ ਆਪ ਨੂੰ ਸਾਧਨਾ, ਸ਼ੁੱਧ ਕਰਨਾ, ਤੇ ਜਦੋਂ ਸ਼ੁੱਧ ਕਰ ਲੈਨੇ ਆ ਤੇ ਸ਼ੁੱਧ ਹੋ ਕਰਕੇ ਫਿਰ ਅਗਲੀ ਪਦਵੀ ਪ੍ਰਾਪਤ ਹੁੰਦੀ ਹੈ ਸੰਤ ਦੀ। ਜਿੱਥੇ ਤੇਰੇ ਸੁੱਧ ਹੋਏ, ਸਾਧੇ ਹੋਏ ਸਾਧ ਜਨ ਨੇ, ਸੰਤ ਜਨ ਨੇ, ਉਹ ਇਕੱਤਰ ਹੁੰਦੇ ਨੇ ਸਤ ਸੰਗਤ ਰੂਪ ਦੇ ਵਿੱਚ, ਤਹਾਂ ਤੁਝੇ ਧਿਆਵਹਿ। ਉਹ ਮਿਲ ਕਰਕੇ ਫਿਰ ਤੈਨੂੰ ਧਿਆਉਂਦੇ ਨੇ, ਮਿਲ ਕੇ ਜਾਪ ਕਰਦੇ ਨੇ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਿਨਾਮ 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 ਵਾਹਿਗੁਰੂ। ਇਉਂ ਫਿਰ ਰਸ ਲੈ ਲੈ ਕੇ ਤੇਰੇ ਪਿਆਰੇ ਜਿਹੜੇ ਨੇ ਉਹ ਇਕੱਤਰ ਹੋ ਕੇ ਸਤਸੰਗਤ ਰੂਪੀ, ਸਤਸੰਗਤ ਦੇ ਰੂਪ ਵਿੱਚ ਜੁੜ ਕਰਕੇ ਤੇਰੇ ਨਾਮ ਨੂੰ ਸਿਮਰਦੇ ਹਨ, ਤੈਨੂੰ ਧਿਆਉਂਦੇ ਹਨ। ਕਰ ਦਇਆ ਮਇਆ ਦਇਆਲ ਸੁਆਮੀ, ਉਹ ਦੀਨ ਕਿਰਪਾਰਾ। हे ਵਾਹਿਗੁਰੂ ਪਰਮੇਸ਼ਰ ਜੀਓ, ਦਇਆ ਕਰੋ, ਕਿਰਪਾ ਕਰੋ, ਦਇਆਲ ਸੁਆਮੀ, ਸਦਾ ਹੀ ਦਇਆਲੂ ਮਾਲਕ ਵਾਹਿਗੁਰੂ ਪਰਮੇਸ਼ਰ ਜੀਓ, ਉਹ ਦੀਨ ਕਿਰਪਾਰਾ, ਦੀਨਾਂ ਤੇ ਕਿਰਪਾ ਕਰੋ, ਰਹਿਮਤ ਕਰੋ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੇ ਸੰਤ ਜਨ ਮਿਲ ਕੇ ਬੇਨਤੀਆਂ ਕਰਦੇ ਨੇ ਤੁਹਾਡੇ ਦਰਸ਼ਨ ਕਰਨ ਵਾਸਤੇ। ਦਰਸ਼ਨ ਮੰਗੋ ਦੇਹ ਪਿਆਰੇ, ਇਉਂ ਬੇਨਤੀਆਂ ਕਰਦੇ ਨੇ। ਤੁਹਾਡੇ ਸੰਤ ਜਨ ਮਿਲ ਕੇ ਤੁਹਾਡੇ ਦਰਸ਼ਨਾਂ ਦੇ ਲਈ ਬੇਨਤੀਆਂ ਕਰਦੇ ਨੇ। ਉਹਨਾਂ ਦੇ ਮਨ ਅੰਦਰ ਦਰਸ਼ਨਾਂ ਦੀ ਪਿਆਸ ਬਣੀ ਹੋਈ ਹੈ, ਦਰਸ਼ਨਾਂ ਦੀ ਪਿਆਸ ਹੈ ਉਹਨਾਂ ਦੇ ਮਨ ਅੰਦਰ। ਮਿਲ ਦਰਸ਼ਨ ਸੁਖ ਸਾਰਾ। ਤੇ ਜਦੋਂ ਤੁਹਾਡੇ ਦਰਸ਼ਨ ਹੋ ਜਾਂਦੇ ਨੇ, ਫਿਰ ਤੁਹਾਡੇ ਦਰਸ਼ਨਾਂ ਦੇ ਵਿੱਚੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਹਾਡੇ ਦਰਸ਼ਨ ਕਰਨ ਦੇ ਨਾਲ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ, ਜਿਹੜਾ ਕਦੇ ਬਿਨਸਦਾ ਨਹੀਂ। ਅੜਲ ਮੋਹਨ ਧੁਨ ਸੁਨ ਕਾਨ, ਜਾਨ ਬਿਰਤਾਂਤ ਕੋ। ਤੇ ਜਦੋਂ ਇਸ ਤਰ੍ਹਾਂ ਉੱਚੀ ਧੁਨ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪ੍ਰੇਮ ਵਿੱਚ ਭਿੱਜ ਕੇ ਪਾਵਨ ਸ਼ਬਦ ਗਾਇਆ, ਉਸਤਤ ਕੀਤੀ, ਸੁਜਸ ਕੀਤਾ, ਤੇ ਸੁਣ ਕੇ ਉੱਚੀ ਧੁਨ ਨੂੰ ਬਾਬਾ ਮੋਹਨ ਜੀ ਦੀ ਜਿਹੜੀ ਸੁਰਤ ਸੀ ਉਹ ਖੁੱਲ ਗਈ। ਕਿਉਂਕਿ ਕੋਈ ਪਹੁੰਚਿਆ ਹੀ ਖੋਲ ਸਕਦਾ ਸੀ ਨਾ, ਜਿਹੜੀ ਦਸਮ ਦੁਆਰ ਦੇ ਵਿੱਚ ਲੱਗੀ ਹੋਈ ਸੁਰਤ ਹੈ। ਤੇ ਉਹ ਸੁਰਤ ਜਿਹੜੀ ਸੀ ਖੁੱਲ ਗਈ। ਜਦੋਂ ਸੁਰਤ ਖੁੱਲੀ ਹੈ, ਕੰਨਾਂ ਦੇ ਵਿੱਚ ਆਵਾਜ਼ ਪਈ ਹੈ, ਤੇ ਬਾਬਾ ਮੋਹਨ ਜੀ ਸਾਰਾ ਬਿਰਤਾਂਤ ਜਾਣ ਗਏ। ਉਹਨਾਂ ਨੇ ਜਾਣ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਹੁੰਚ ਗਏ ਨੇ ਪੋਥੀਆਂ ਲੈਣ ਵਾਸਤੇ। ਕਿਉਂਕਿ ਅੱਗੇ ਪ੍ਰਕਰਨ ਆਵੇਗਾ, ਆਪ ਜੀ ਸਰਵਣ ਕਰੋਗੇ। ਜਿਸ ਵਕਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗਦੀ ਦੀ ਸੇਵਾ ਹੀ ਸੌਂਪਣਾ ਕੀਤੀ, ਤੇ ਉਸ ਵਕਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨੀ ਪੈਣ ਵਾਸਤੇ। ਤੇ ਬਾਬਾ ਮੋਹਨ ਜੀ ਬੋਲਦੇ ਹੋਏ, ਤਪੇ ਹੋਏ ਉੱਠ ਕੇ ਚਲੇ ਗਏ ਸਨ।
ਤੇ ਬਾਬਾ ਮੋਹਰੀ ਜੀ ਨੇ ਬਚਨ ਮੰਨਿਆ ਸੀ ਤੇ ਉਹਨਾਂ ਨੇ ਚਰਨਾਂ ਤੇ ਨਮਸਕਾਰ ਕੀਤੀ ਸੀ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਸਨ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਨੂੰ ਕਿਹਾ ਸੀ ਕਿ ਤਪਦੇ ਹੀ ਰਹੋਗੇ, ਤੁਹਾਡਾ ਹਿਰਦਾ ਤਪਦਾ ਹੀ ਰਹੇਗਾ। ਤੇ ਹੁਣ ਹਿਰਦਾ ਜਿਹੜਾ ਸੀ ਉਹ ਹਰ ਵੇਲੇ ਤਪਦਾ ਰਹਿੰਦਾ ਸੀ। ਬਚਨ ਹੋ ਗਏ ਸਨ ਪਾਤਸ਼ਾਹ ਜੀ ਦੇ ਮੁਖ ਤੋਂ। ਤੇ ਜਦੋਂ ਹਰ ਵੇਲੇ ਹਿਰਦਾ ਤਪਦਾ ਰਹਿਣਾ, ਮਨ ਸ਼ਾਂਤ ਨਾ ਹੋਣਾ, ਇੱਕ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਸਥਾਨ ਤੇ ਬੈਠ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਸਨ। ਉਸ ਸਥਾਨ ਤੇ ਪਹੁੰਚ ਕੇ ਬੇਨਤੀ ਕੀਤੀ ਬਾਬਾ ਮੋਹਨ ਜੀ ਨੇ, ਕਹਿਣ ਲੱਗੇ, हे ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਪਿਤਾ ਜੀਓ, ਆਪ ਸਮਰੱਥ ਹੋ, ਮੇਰਾ ਹਿਰਦਾ ਹਰ ਵੇਲੇ ਤਪਦਾ ਰਹਿੰਦਾ ਹੈ। ਆਪ ਜੀ ਦੇ ਬਚਨ ਮੈਂ ਨਹੀਂ ਮੰਨੇ, ਮੈਂ ਉਦੋਂ ਤਪਦਾ ਹੋਇਆ ਚਲਾ ਗਿਆ, ਤੁਹਾਡੇ ਬਚਨ ਨਾ ਮੰਨਣ ਕਰਕੇ ਹੁਣ ਮੇਰਾ ਹਿਰਦਾ ਹਰ ਵੇਲੇ ਤਪਦਾ ਰਹਿੰਦਾ ਹੈ। ਕਿਰਪਾ ਕਰੋ, ਆਪ ਸਮਰੱਥ ਹੋ, ਮੇਰੇ ਹਿਰਦੇ ਦੀ ਜਿਹੜੀ ਤਪਸ਼ ਹੈ ਉਹਨੂੰ ਖਤਮ ਕਰ ਦਿਓ, ਮੇਰਾ ਹਿਰਦਾ ਠਾਰ ਦੇਵੋ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਉਸ ਵਕਤ ਤੂੰ ਸਾਡਾ ਬਚਨ ਨਹੀਂ ਮੰਨਿਆ, ਹੁਣ ਕੁਝ ਸਮਾਂ ਲੱਗੇਗਾ। ਇਹ ਵੀ ਕਿਹਾ ਸੀ ਕਿ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੈਰੀ ਪੈ ਜਾਣਾ। ਕਹਿਣ ਲੱਗੇ ਹੁਣ ਨਹੀਂ, ਉਹ ਸਮਾਂ ਲੰਘ ਗਿਆ। ਉਦੋਂ ਬਚਨ ਨਹੀਂ ਮੰਨਿਆ, ਉਹ ਸਮਾਂ ਲੰਘ ਗਿਆ ਤੇ ਹੁਣ ਇਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪੈਰੀ ਪਵੋਗੇ, ਫਿਰ ਤੁਹਾਡਾ ਹਿਰਦਾ ਸ਼ਾਂਤ ਹੋਵੇਗਾ, ਹਿਰਦੇ ਅੰਦਰ ਸੀਤਲਤਾ ਆਵੇਗੀ। ਉਨੀ ਦੇਰ ਤੱਕ ਹਿਰਦਾ ਤਪਦਾ ਰਹੇਗਾ। ਆਪਣੇ ਪੁੱਤਰ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਵਾਓ, ਸ਼ਬਦ ਇਕੱਤਰ ਕਰਵਾ ਕੇ ਆਪਣੇ ਕੋਲ ਰੱਖੋ। ਉਹ ਪੋਥੀਆਂ ਹੋਰ ਕਿਸੇ ਨੂੰ ਨਹੀਂ ਦੇਣੀਆਂ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਉਣਗੇ ਫਿਰ ਪੋਥੀਆਂ ਦੇਣੀਆਂ ਨੇ। ਹੁਣ ਇੱਥੇ ਬਾਬਾ ਮੋਹਨ ਜੀ ਪਰਖਣਾ ਵੀ ਚਾਹੁੰਦੇ ਸਨ, ਤਾਂ ਹੀ ਉਹਨਾਂ ਨੇ ਅੱਗੇ ਸ਼ਬਦ ਬੋਲੇ, ਕਠੋਰ ਸ਼ਬਦ ਕਹੇ। ਹੁਣ ਜਦੋਂ ਆਵਾਜ਼ ਪਈ ਕੰਨਾਂ ਵਿੱਚ ਤੇ ਉਹ ਬਰਤਾਂਤ ਜਿਹੜਾ ਸੀ ਸਾਰਾ ਜਾਣ ਲਿਆ, ਪਤਾ ਲੱਗ ਗਿਆ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਹੁੰਚ ਗਏ ਨੇ ਪੋਥੀਆਂ ਲੈਣ ਵਾਸਤੇ। ਚੌਬਾਰੇ ਕੇ ਬਿਖੈ ਜੋ ਤਾਕੇ ਬਾਤ ਕੋ। ਤੇ ਜਿਹੜੀ ਚੌਬਾਰੇ ਦੇ ਵਿੱਚ ਇੱਕ ਤਾਕੀ ਰੱਖੀ ਹੋਈ ਸੀ, ਵਿੰਡੋ, ਹਵਾ ਵਗੈਰਾ ਲੱਗਣ ਵਾਸਤੇ, ਕਮਰੇ ਦੀ ਕ੍ਰਾਸਿੰਗ ਵਾਸਤੇ ਕਿ ਹਵਾ ਕ੍ਰਾਸ ਹੁੰਦੀ ਰਹੇ, ਉਹ ਤਾਕੀ ਬੰਦ ਸੀ, ਕਿਉਂਕਿ ਹਰ ਵਕਤ ਦਰਵਾਜ਼ਾ ਵੀ ਬੰਦ ਰੱਖਦੇ ਸਨ, ਤਾਕੀਆਂ ਵੀ ਬੰਦ ਰੱਖਦੇ ਸਨ। ਹੁਣ ਉਹ ਚੌਬਾਰੇ ਦੀ ਜਿਹੜੀ ਤਾਕੀ ਸੀ, ਵਿੰਡੋ ਸੀ, ਉਹ ਤਾਕੀ ਨੂੰ ਬਾਬਾ ਮੋਹਨ ਜੀ ਨੇ ਖੋਲ ਕੇ ਗਲੀ ਵਾਲੇ ਪਾਸੇ ਵੇਖਿਆ ਹੈ। ਸੋ ਖੋਲੇ ਤਤਕਾਲ ਗਰੇ ਦਿਸ ਮੁਖ ਕਰਿਓ। ਹੁਣ ਕੰਨਾਂ ਵਿੱਚ ਆਵਾਜ਼ ਪੈਂਦਿਆਂ ਸਾਰ ਬਾਬਾ ਮੋਹਨ ਜੀ ਨੇ ਉਹ ਤਾਕੀ ਖੋਲੀ ਹੈ, ਖੋਲ ਕੇ ਗਲੀ ਵਾਲੇ ਪਾਸੇ ਆਪਣਾ ਮੁਖ ਕੀਤਾ ਹੈ। ਹੋ ਸ੍ਰੀ ਅਰਜਨ ਦਿਸ ਦੇਖ ਬਾਕ ਕੋ ਉਚਰਿਓ। ਤੇ ਹੁਣ ਜਦੋਂ ਗਲੀ ਵੱਲ ਮੁਖ ਕੀਤਾ ਤੇ ਕੀ ਵੇਖਦੇ ਨੇ, ਨੀਚੇ ਗਲੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਭੁੰਜਾ ਹੀ ਆਸਨ ਲਾਇਆ, ਕੀਰਤੀ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇਖਣਾ ਕੀਤਾ ਹੈ। ਪ੍ਰਥਮ ਹਮਾਰੇ ਵਸਤ ਲਏ ਪਿਤ ਪਾਸ ਤੇ। ਹੁਣ ਕਠੋਰ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਵੇਖਦੇ ਆ ਸਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪਹਿਲਾਂ ਸਾਡੀ ਵਸਤੂ ਸੀ ਗੁਰਤਾ ਗੱਦੀ, ਜਿਹੜੀ ਅਸੀਂ ਪ੍ਰਾਪਤ ਕਰਨੀ ਸੀ, ਉਹ ਸਾਡੀ ਵਸਤੂ ਤੁਸੀਂ ਸਾਡੇ ਗੁਰੂ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੋਂ ਲੈ ਲਈ ਹੈ। ਕੋਲ ਭੱਲਿਆਨ ਕੇ ਹੋਤੇ ਗੁਰੂ ਤਾਜਾਸ ਤੇ ਜਿਹੜੇ ਗੁਰਤਾ ਗੱਦੀ ਦੇ ਨਾਲ ਭੱਲਿਆਂ ਦੇ ਕੁੱਲ ਦੀ ਵਡਿਆਈ ਸੀ, ਭੱਲਿਆਂ ਦੇ ਕੁੱਲ ਦਾ ਸੁਜਸ ਸੀ ਸੰਸਾਰ ਦੇ ਅੰਦਰ, ਉਹ ਗੁਰਤਾ ਗੱਦੀ ਹੁਣ ਤੁਸੀਂ ਲੈ ਲਈ ਹੈ। ਲੀਨਸ ਸੋਢੀ ਸੇਵ ਨਾ ਹਮ ਢਿਗ ਸੋ ਰਹੇ। ਉਹ ਤੁਸੀਂ ਸੋਢੀਆਂ ਨੇ ਸੇਵਾ ਕਰਕੇ ਉਹ ਗੁਰਤਾ ਗੱਦੀ ਤੁਸੀਂ ਲੈ ਗਏ, ਉਹ ਸਾਡੇ ਕੋਲ ਨਹੀਂ ਰਹੀ। ਕਿਉਂਕਿ ਜਿਸ ਕੀ ਵਸਤ ਤਿਸ ਆਗੈ ਰਾਖੈ, ਇਹ ਵਸਤੂ ਹੀ ਵਾਹਿਗੁਰੂ ਪਰਮੇਸ਼ਰ ਦੀ ਰੱਬੀ ਦਾਤ ਹੈ ਤੇ ਬਖਸ਼ਿਸ਼ ਹੈ ਧੁਰ ਤੋਂ, ਤੇ ਇਹ ਪ੍ਰਾਪਤ ਹੁੰਦੀ ਹੈ ਸੇਵਾ ਕਰਕੇ। ਕਹਿਣ ਲੱਗੇ ਕਿ ਤੁਸੀਂ ਸੋਢੀਆਂ ਨੇ ਸੇਵਾ ਕਰਕੇ
ਇਹ ਗੁਰਤਾ ਗੱਦੀ ਆਪਣੇ ਘਰ ਵਿੱਚ ਲੈ ਲਈ ਹੈ, ਸਾਡੇ ਕੋਲ ਨਹੀਂ ਰਹੇ। ਹੋ ਹੋਤੇ ਤੀਨ ਤੁਮ ਭਰਾਤ ਨਾ ਸਮਤਾ ਮਨ ਲਹੇ। ਤੇ ਕਹਿਣ ਲੱਗੇ ਹੁਣ ਤੁਸੀਂ ਤਿੰਨ ਭਰਾ ਹੋ। ਬਾਬਾ ਮੋਹਨ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿ ਤੁਸੀਂ ਤਿੰਨ ਭਰਾ ਹੋ ਤੇ ਤੁਹਾਡੀ ਤਿੰਨਾਂ ਦੀ ਵੀ ਆਪਸ ਵਿੱਚ ਨਹੀਂ ਬਣਦੀ, ਤੁਹਾਡੀ ਆਪਸ ਦੇ ਵਿੱਚ ਵੀ ਬਰਾਬਰੀ ਨਹੀਂ, ਕੋਈ ਭਾਈਚਾਰਕ ਸਾਂਝ ਨਹੀਂ, ਤੁਹਾਡੀ ਆਪਸ ਦੇ ਵਿੱਚ ਤਿੰਨਾਂ ਦੀ ਬਣਦੀ ਨਹੀਂ ਹੈ। ਪਿਤਾ ਗਏ ਬੈਕੁੰਠ ਵਿਰੋਧ ਉਠਾਇਓ। ਤੇ ਪਿਤਾ ਭਾਵ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਦੇ ਸੱਚਖੰਡ ਪਿਆਨਾ ਕਰ ਗਏ ਨੇ, ਬੈਕੁੰਠ ਨੂੰ ਚਲੇ ਗਏ ਨੇ, ਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵਿਰੋਧ ਉਠਾਇਓ। ਤੁਸੀਂ ਉਹਨਾਂ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤਿੰਨ ਭਰਾਵਾਂ ਵਿੱਚ ਤੁਹਾਡੀ ਬਣਦੀ ਨਹੀਂ, ਗੁਰੂ ਪਿਤਾ ਦੇ ਜਾਣ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਵੈਰ ਵਿਰੋਧ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਟਕ ਘਰ ਮਹਿ ਪਾਏ ਜੋ ਕਪਟ ਕਮਾਇਓ। ਤੇ ਘਰ ਤੁਹਾਡਾ ਪਾਟ ਗਿਆ, ਘਰ ਵਿੱਚ ਏਕਾ ਨਹੀਂ ਰਿਹਾ, ਘਰ ਵਿੱਚ ਪਿਆਰ ਨਹੀਂ ਰਿਹਾ, ਇਤਫਾਕ ਨਹੀਂ ਰਿਹਾ, ਘਰ ਤੁਹਾਡਾ ਪਾਟ ਗਿਆ ਹੈ। ਘਰ ਪਾਟਣ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਕਪਟ ਕਮਾਇਆ ਹੈ। ਭਰਾਤਾ ਹੋ ਤੋ ਬਿਸਾਲ ਨਿਕਾਸਿਓ ਧਾਮ ਤੇ। ਪਿਰਥੀ ਚੰਦ ਤੁਹਾਡਾ ਵੱਡਾ ਭਰਾ ਸੀ, ਤੁਸੀਂ ਵੱਡੇ ਭਰਾ ਦਾ ਵੀ ਧਿਆਨ ਨਹੀਂ ਰੱਖਿਆ, ਉਹਨੂੰ ਵੀ ਤੁਸੀਂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਓ ਬੈਠਿਓ ਗੁਰਬਨ ਆਪ ਨਾ ਲੀਨ ਸੁਸਾਮ ਤੇ। ਕਹਿਣ ਲੱਗੇ ਕਿ ਤੂੰ ਹੁਣ ਆਪ ਗੁਰੂ ਬਣ ਕੇ ਬੈਠ ਗਿਆ, ਗੁਰੂ ਬਣ ਕੇ ਆਪ ਨਾ, ਗੁਰੂ ਬਣ ਆਪ ਨਾ ਲੀਨਸ ਸ਼ਾਮ ਤੇ ਗੁਰੂ ਬਣ ਕੇ ਤੂੰ ਆਪ ਬੈਠ ਗਿਆ। ਹੁਣ ਕਿਸੇ ਦੇ ਨਾਲ ਤੂੰ ਸਲਾਹ ਨਹੀਂ ਕੀਤੀ, ਕੋਈ ਸਲਾਹ ਕਰਕੇ ਮਸ਼ਵਰਾ ਕਰਕੇ ਸਾਰਿਆਂ ਦੀ ਸੁਲਹ ਸਫਾਈ ਦੇ ਨਾਲ ਗੁਰਤਾ ਗੱਦੀ ਨਹੀਂ ਲਈ, ਦੂਜਿਆਂ ਨਾਲ ਕਪਟ ਕਰਕੇ ਵਿਰੋਧ ਕਰਕੇ ਤੂੰ ਆਪ ਗੁਰੂ ਬਣ ਕੇ ਬੈਠ ਗਿਆ ਹੈ। ਲਾਜ ਨ ਧਾਰਿਓ ਆਪ ਅਬੈ ਚੱਲ ਆਇਓ। ਤੁਹਾਨੂੰ ਕੋਈ ਲਾਜ ਨਹੀਂ ਆਈ, ਤੁਸੀਂ ਕੋਈ ਭੋਰਾ ਲਾਜ ਨਹੀਂ ਰੱਖੀ, ਹੁਣ ਤੁਸੀਂ ਇੱਧਰ ਚੱਲ ਕੇ ਆ ਗਏ ਹੋ। ਸਭ ਗੁਰੂਨ ਕੇ ਸ਼ਬਦ ਲੈਨ ਹਿਤ ਧਾਇਓ। ਤੇ ਗੁਰਤਾ ਗੱਦੀ ਤਾਂ ਤੁਸੀਂ ਸਾਡੇ ਕੋਲੋਂ ਪਹਿਲਾਂ ਹੀ ਲੈ ਲਈ, ਤੇ ਹੁਣ ਜਿਹੜੇ ਗੁਰੂ ਦੇ ਸ਼ਬਦ ਨੇ, ਗੁਰੂ ਦੀ ਬਾਣੀ ਹੈ ਸਾਡੇ ਕੋਲ, ਉਹ ਗੁਰੂਆਂ ਦੇ ਸ਼ਬਦ ਲੈਣ ਵਾਸਤੇ ਸਾਡੇ ਕੋਲ ਹਿੱਤ ਧਾਰ ਕੇ ਇੱਥੇ ਚੱਲ ਕੇ ਆ ਗਏ ਹੋ। ਅਪਰ ਯਤਨ ਕਰ ਰਹਿਓ ਨਾ ਬਸ ਕੁਛ ਚਾਲਿਓ। ਬੜਾ ਯਤਨ ਕੀਤਾ ਹੈ ਤੁਸੀਂ ਸ਼ਬਦ ਲੈਣ ਵਾਸਤੇ, ਕਿਉਂਕਿ ਜਾਣਦੇ ਸਨ, ਕਹਿਣ ਲੱਗੇ ਤੁਸੀਂ ਯਤਨ ਬਹੁਤ ਕੀਤਾ ਹੈ ਪਰ ਤੁਹਾਡਾ ਵਸ ਨਹੀਂ ਚੱਲਿਆ। ਓ ਭੂਤਲ ਬੈਠ ਗਲੇਨ ਪਖੰਡ ਬਸਾਲਿਓ। ਤੇ ਆ ਹੁਣ ਗਲੀ ਦੇ ਵਿੱਚ ਭੁੰਜੇ ਬਹਿ ਕੇ ਪਖੰਡ ਕਰਕੇ ਵਿਖਾਉਂਦੇ ਹੋ ਲੋਕਾਂ ਨੂੰ। ਪਹਿਲਾਂ ਤੁਸੀਂ ਯਤਨ ਕੀਤਾ, ਬਾਬਾ ਬੁੱਢਾ ਜੀ ਨੂੰ ਭੇਜਿਆ, ਭਾਈ ਗੁਰਦਾਸ ਜੀ ਨੂੰ ਭੇਜਿਆ, ਪਰ ਕੋਈ ਯਤਨ ਕੰਮ ਨਹੀਂ ਆਇਆ, ਤੇ ਹੁਣ ਆਪ ਗਲੀ ਦੇ ਵਿੱਚ ਭੁੰਜੇ ਬਹਿ ਗਏ ਹੋ। ਭੁੰਜੇ ਬਹਿ ਕੇ ਇਹ ਜਿਹੜਾ ਹੈ ਪਖੰਡ ਵਿਖਾ ਰਹੇ ਹੋ। ਨਿਰਗੁਣ ਬਹਿਨੋ ਲਾਜ ਨਸੰਕ ਸਮਾਇਆ। ਗੁਨਾਹ ਤੋਂ ਸਖਣੇ ਹੋ ਕੇ ਲਾਜ ਨਿਸ਼ੰਕ, ਜਿਹੜੀ ਲਾਜ ਹੈ ਉਹ ਵੀ ਤੁਸੀਂ ਖਤਮ ਕਰ ਦਿੱਤੀ, ਲਾਜ ਵੀ ਨਹੀਂ ਰੱਖੀ। ਇਸ ਪ੍ਰਕਾਰ ਦੇ ਨਾਲ ਤੁਸੀਂ ਕਿਸੇ ਗੱਲ ਦੀ ਵੀ ਸ਼ਰਮ ਨਹੀਂ ਕਰਦੇ ਹੋ। ਜਹ ਕਹਿ ਢੀਠ ਕਰਮ ਕਰੇ ਨਾ ਸ਼ਰਮਾਇਆ। ਤੇ ਇਹੋ ਜੇ ਢੀਠ ਕੰਮ ਕਰਨ ਤੋਂ ਵੀ ਤੁਹਾਨੂੰ ਭੋਰਾ ਸ਼ਰਮ ਮਹਿਸੂਸ ਨਹੀਂ ਹੁੰਦੀ। ਐਸੇ ਕਠੋਰ ਸ਼ਬਦ ਕਹਿ ਰਹੇ ਨੇ। ਕਹਿਣ ਲੱਗੇ ਆ ਹੁਣ ਭੁੰਜੇ ਬੈਠਣ ਦਾ ਪਖੰਡ ਕਰਦੇ ਹੋ, ਆ ਕੇ ਅਜਾਏ ਕਰਮ ਕਰਨ ਲੱਗਿਆ ਢੀਠ ਹੋ ਕੇ ਐਸੇ ਕਰਮ ਕਰਦੇ ਹੋ, ਭੋਰਾ ਵੀ ਤੁਸੀਂ ਹਿਰਦੇ ਅੰਦਰ ਸ਼ਰਮ ਮਹਿਸੂਸ ਨਹੀਂ ਕਰਦੇ। ਭਿਓ ਨਾ ਜਾਣ ਹੈ ਤੋਹੇ ਠਟਤ ਹੈ ਜਗਤ ਕੋ। ਲੋਕ ਤੁਹਾਡਾ ਭੇਦ ਨਹੀਂ ਜਾਣਦੇ, ਤੁਸੀਂ ਤਾਂ ਲੋਕਾਂ ਨੂੰ ਠੱਗ ਰਹੇ ਹੋ, ਵੱਡੇ ਠੱਗ ਹੋ। ਇੱਥੋਂ ਤੱਕ ਸ਼ਬਦ ਵਰਤੇ, ਕਠੋਰ ਸ਼ਬਦ। ਕਹਿਣ ਲੱਗੇ ਕਿ ਲੋਕ ਤੁਹਾਡਾ ਭੇਦ ਨਹੀਂ ਜਾਣਦੇ,
ਤੁਸੀਂ ਤਾਂ ਲੋਕਾਂ ਨੂੰ ਠੱਗਣ ਵਾਲੇ ਹੋ। ਹੋ ਸਦਾ ਦਿਖਾਏ ਅਧੀਨ ਆਪਨ ਪਉ ਭਗਤ ਕੋ। ਤੇ ਸਦਾ ਤੁਸੀਂ ਆ ਜਿਹੜਾ ਵਿਖਾਵਾ ਕਰਦੇ ਹੋ ਕਿ ਮੈਂ ਬਹੁਤ ਵੱਡਾ ਭਗਤ ਹਾਂ, ਮੈਂ ਬਹੁਤ ਭਗਤੀ ਕਰਦਾ, ਤੇ ਭਗਤੀ ਦੇ ਅਧੀਨ ਆ ਜਿਹੜਾ ਵਿਖਾਵਾ ਕਰਕੇ ਵਿਖਾ ਰਹੇ ਹੋ। ਨਿੰਦਾ ਉਸਤਤ ਬਿਆਜ ਬਚਨ ਮੋਹਨ ਕਹੈ। ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਸੇ ਬਾਬਾ ਮੋਹਨ ਜੀ ਨੇ ਨਿੰਦਾ ਭਰੇ ਸ਼ਬਦ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਬਹੁਤ ਨਿਰਾਦਰੀ ਕੀਤੀ, ਨਿਰਾਦਰ ਭਰੇ ਬਚਨ ਕਹੇ। ਗੁਰ ਅਰਜਨ ਹੀ ਜਾਨ ਅਪਰ ਨਹਿ ਕਿਸ ਲਹੈ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣਦੇ ਸਨ ਇਹਦਾ ਭੇਦ, ਹੋਰ ਕੋਈ ਨਹੀਂ ਸੀ ਜਾਣ ਸਕਦਾ ਕਿ ਬਾਬਾ ਮੋਹਨ ਜੀ ਕਿਸ ਵਾਸਤੇ ਬਚਨ ਬੋਲ ਰਹੇ ਨੇ। ਪਰਖ ਵੀ ਸੀ ਇਹਦੇ ਵਿੱਚ ਕਿ ਇਹਨਾਂ ਦਾ ਹਿਰਦਾ ਅੰਦਰ ਨਿਮਰਤਾ ਵੀ ਹੈ, ਹਿਰਦਾ ਇਹਨਾਂ ਦਾ ਸ਼ਾਂਤ ਵੀ ਹੈ ਕਿ ਨਹੀਂ, ਹਿਰਦੇ ਅੰਦਰ ਪ੍ਰੇਮ ਵੀ ਹੈ ਕਿ ਨਹੀਂ। ਇਸ ਕਰਕੇ ਜੈ ਸ਼ਬਦ ਬੋਲ ਰਹੇ ਸਨ ਜਿਨ੍ਹਾਂ ਦੇ ਬਾਬਤ ਕੇਵਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣਦੇ ਸਨ, ਹੋਰ ਕੋਈ ਨਹੀਂ ਸੀ ਜਾਣ ਸਕਦਾ। ਸੁਨਤ ਤੰਬੂਰਾ ਹਾਥ ਬਹੁਰ ਗਾਵਨ ਕਰਿਓ। ਤੇ ਬਾਬਾ ਮੋਹਨ ਜੀ ਦੇ ਅਜਿਹੇ ਸ਼ਬਦ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਨ ਅੰਦਰ ਭੋਰਾ ਵੀ ਗੁੱਸਾ ਨਹੀਂ ਆਇਆ, ਮਨ ਉਸੇ ਤਰ੍ਹਾਂ ਸ਼ਾਂਤ ਹੈ। ਤੇ ਫਿਰ ਤੰਬੂਰਾ ਹੱਥ ਵਿੱਚ ਲਿਆ, ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਅਗਲਾ ਜਿਹੜਾ ਸ਼ਬਦ ਹੈ ਉਹ ਉਚਾਰਨ ਕਰਕੇ ਗਾਉਣ ਲੱਗੇ। ਹੋ ਜਿਸ ਮੈਂ ਕੀਰਤ ਦੇਹ ਸਰਵਨ ਮੈਂ ਰਵ ਪਰਿਓ। ਤੇ ਜਿਹਦੇ ਵਿੱਚ ਮਹਾਨ ਕੀਰਤੀ ਗਾਇਨ ਕੀਤੀ, ਸੁਜਸ ਕੀਤਾ, ਐਸੇ ਪਾਵਨ ਸ਼ਬਦ ਜਦੋਂ ਉਚਾਰਨ ਕੀਤੇ ਤੇ ਬਾਬਾ ਮੋਹਨ ਜੀ ਨੇ ਆਪਣੇ ਕੰਨਾਂ ਦੇ ਨਾਲ ਅਗਲਾ ਸ਼ਬਦ ਜਦੋਂ ਸੁਣਿਆ ਤੇ ਫਿਰ ਉਹਨਾਂ ਦਾ ਮਨ ਜਿਹੜਾ ਸੀ ਉਹ ਨਿਮਰ ਹੋ ਗਿਆ, ਨਿਮਰਤਾ ਵਿੱਚ ਆ ਗਏ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਿਮਰਤਾ ਦੇ ਘਰ ਨੇ, ਸ਼ਾਂਤੀ ਦੇ ਮੁਜੱਸਮੇ ਨੇ, ਪ੍ਰੇਮ ਹਿਰਦੇ ਵਿੱਚ ਭਰਿਆ ਹੋਇਆ ਹੈ। ਜਾਣ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸਤਿਕਾਰ ਲਈ ਆ ਕਰਕੇ ਕਿਵੇਂ ਅੱਗੇ ਪੋਥੀਆਂ ਭੇਟ ਕਰਦੇ ਨੇ, ਅਗਲੇ ਸ਼ਬਦ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਉਚਾਰ ਕਰਕੇ ਸੁਜਸ ਕਰਦੇ ਨੇ, ਆਪਾਂ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ।